मैं हाँ रणबीर सिंह राणा। अक्सर तुसीं देखते हो कि जदों भी कोई हाईवे बनाए जाते हैं तो उहदे लई ਜ਼ਮੀਨ ਅਕਵਾਇਰ ਕੀਤੀ ਜਾਂਦੀ है तो बहुत सारे लोगों की ਜ਼ਮੀਨ इन्हां हाईवे ਦੇ ਵਿੱਚ आ ਜਾਂਦੀ है, चाहे ਉਹ ਕਿਸੇ ट्रेन की लाइन ਹੋਵੇ ਤੇ ਚਾਹੇ ਕੋਈ ਸੜਕ ਹੋਵੇ, ਹਾਈਵੇ ਹੋਵੇ। ਤੇ ਹੁਣ ਜਿਹੜਾ ਹਾਈਵੇ ਬਣ ਰਿਹਾ ਹੈ, ਪਹਿਲਾਂ ਲੁਧਿਆਣਾ ਤੋਂ ਚੰਡੀਗੜ੍ਹ ਬਣਿਆ ਤੇ ਹੁਣ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਜਿਹੜਾ ਬਣ ਰਿਹਾ ਹੈ ਉਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜ਼ਮੀਨ ਅਕਵਾਇਰ ਹੋ ਰਹੀ ਹੈ। ਪਰ ਜਿਹੜਾ ਭਾਅ ਹੈ ਨਿਰਧਾਰਿਤ ਕੀਤਾ ਜਾਂਦਾ ਉਸ ਤੋਂ ਜਿਹੜੇ ਲੈਂਡ ਓਨਰ ਨੇ, ਜਿਹੜੇ ਕਿਸਾਨ ਨੇ, ਉਹ ਖੁਸ਼ ਨਹੀਂ ਹੁੰਦੇ। ਇੱਕ ਤਾਂ ਪ੍ਰੋਪਰਟੀ ਜਾ ਰਹੀ ਹੁੰਦੀ ਹੈ, ਵਿੱਚ ਵਿਚਾਲਿਓਂ ਸੜਕ ਗੁਜ਼ਰ ਰਹੀ ਹੁੰਦੀ ਹੈ, ਤੇ ਦੂਜੇ ਪਾਸੇ ਜਿਹੜੇ ਭਾਅ ਨੇ ਉਹਨਾਂ ਨੂੰ ਮੁਆਵਜ਼ਾ ਹੈ ਉਹ ਵੀ ਸਹੀ ਨਹੀਂ ਮਿਲਦਾ। ਤੇ ਇਸ ਵੇਲੇ ਸਾਡੇ ਨਾਲ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਚਰਨਪਾਲ ਸਿੰਘ ਬਾਗੜੀ ਮੌਜੂਦ ਨੇ, ਜਿਨ੍ਹਾਂ ਨੇ ਇਹ ਕੇਸ ਲੜੇ ਵੀ ਨੇ, ਸਟੇ ਵੀ ਕਰਵਾਏ ਨੇ, ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਬਾਗੜੀ ਸਾਹਿਬ, ਸਵਾਗਤ ਹੈ ਤੁਹਾਡਾ। ਥੈਂਕ ਯੂ ਸਰ। ਬਾਗੜੀ ਸਾਹਿਬ, ਅਸੀਂ ਗੱਲਬਾਤ ਸ਼ੁਰੂ ਕੀਤੀ ਹੈ ਕਿ ਜ਼ਮੀਨ ਵੀ ਚਲੇ ਜਾਂਦੀ ਹੈ, ਰੋਜ਼ੀ ਰੋਟੀ ਵੀ ਖੁੱਸ ਜਾਂਦੀ ਹੈ, ਮੁਆਵਜ਼ਾ ਵੀ ਸਹੀ ਨਹੀਂ ਮਿਲਦਾ ਹੈਗਾ। ਪਰ ਤੁਸੀਂ ਬਹੁਤ ਸਾਰੇ ਅਸੀਂ ਕੇਸ ਸਾਨੂੰ ਪਤਾ ਲੱਗਿਆ ਕਿ ਤੁਸੀਂ ਉਹਨਾਂ 'ਤੇ ਸਟੇ ਕਰਵਾਈ ਹੈ। ਜਿਹੜਾ ਭਾਰਤਮਾਲਾ ਦਾ ਪ੍ਰੋਜੈਕਟ ਪਹਿਲੀ ਵਾਰ ਹੋਇਆ ਕਿ ਤੁਸੀਂ ਇਸ ਢੰਗ ਦੇ ਨਾਲ ਸਟੇ ਕਰਵਾਇਆ ਹੋਵੇ। ਹਾਲਾਂਕਿ ਜਦੋਂ ਇਹ ਚੀਜ਼ਾਂ ਅਕਵਾਇਰ ਹੋ ਰਹੀਆਂ ਹੁੰਦੀਆਂ ਨੇ, ਜ਼ਮੀਨ ਅਕਵਾਇਰ ਹੋ ਰਹੀ ਹੁੰਦੀ ਹੈ, ਤਾਂ ਇਹਦੇ ਵਿੱਚ ਇਹ ਆਪਸ਼ਨ ਹੀ ਨਹੀਂ ਹੈਗੀ ਕਿ ਸਟੇ ਹੋਵੇ। ਯੈਸ। ਦੇਖੋ, ਇਹ ਜਿਹੜਾ ਸਟੇ ਹੋਣ ਦਾ ਮਾਮਲਾ ਹੈ ਇਹ ਇਸ ਕਰਕੇ ਹੈ ਕਿਉਂਕਿ ਜੋ ਕਾਨੂੰਨਨ ਰਾਈਟ ਲੈਂਡ ਓਨਰਸ ਨੂੰ ਪਾਰਲੀਮੈਂਟ ਨੇ ਪ੍ਰੋਵਾਈਡ ਕੀਤੇ ਨੇ ਜੀ, ਉਹ ਜਿਹੜੇ ਕੰਪੀਟੈਂਟ ਅਥਾਰਟੀਜ਼ ਨੇ ਜਿਨ੍ਹਾਂ ਨੇ ਉਸ ਦਾ ਇਵੈਲੂਏਟ ਕਰਕੇ ਮੁੱਲ ਦੇਣਾ, ਉਹ ਉਹਨੂੰ ਫੋਲੋ ਹੀ ਨਹੀਂ ਕਰ ਰਹੇ। ਔਰ ਮੈਂ ਇਹ ਸਟਾਰਟਿੰਗ ਦੇ ਵਿੱਚ ਕਲੀਅਰ ਕਰ ਦੇਣਾ ਚਾਹੁੰਦਾ, ਦੀ ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰਸ ਇਨ ਅਕਤੂਬਰ 2017 ਭਾਰਤਮਾਲਾ परियोजना ਨੂੰ ਅਪਰੂਵਲ ਦਿੱਤੀ ਹੈ ਜੀ, ਜਿਹਦੇ 'ਚ 13 ਰੋਡ ਪੰਜਾਬ 'ਚ ਬਣਦੇ ਪਏ ਨੇ ਔਰ ਕੁਛ ਜਿਹੜੇ ਨੇ ਨਵੇਂ ਨੋਟੀਫਾਈ ਹੋਣ ਲਈ ਤਿਆਰ ਨੇ। ਹੁਣ ਜਿਹੜੇ ਇਹ ਪ੍ਰੋਜੈਕਟ ਦੇ ਵਿੱਚ ਸਟਾਰਟਿੰਗ 'ਚ ਕਹਿਣਾ ਹੈ ਐਕੁਜੀਸ਼ਨ ਹੋ ਰਹੀ ਹੈ ਪਬਲਿਕ ਪਰਪਸ ਦੇ ਨਾਂ 'ਤੇ, ਔਰ ਇਸ ਕਰਕੇ ਇਹ ਲੋਕਾਂ ਦਾ ਲੋਕ ਤੇ ਨਹੀਂ ਗਏ ਵੀ ਸਾਡੀ ਲੈਂਡ ਜਿਹੜੀ ਐਕਵਾਇਰ ਕਰ ਲਓ। ਇਹ ਲੋਕਾਂ ਤੋਂ ਪਬਲਿਕ ਪਰਪਸ ਦੇ ਨਾਂ 'ਤੇ ਲਈ ਜਾ ਰਹੀ ਹੈ ਲੈਂਡ। ਮੈਂ ਇਹਦੇ 'ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਵੀ 25,000 ਏਕੜ ਅਪਰੋਕਸੀਮੇਟਲੀ, ਜਿੱਦਾਂ ਨਿਊਜ਼ ਜਾਂ ਪੂਰੇ ਡਾਟੇ ਤੋਂ ਪਤਾ ਚੱਲਦਾ ਹੈ, ਔਰ ਉਹ ਵੀ ਪੰਜਾਬ ਦੀ ਜਿਹੜੀ ਕਿ ਫੀਡਿੰਗ ਬਾਊਲ ਹੈ ਪੂਰੇ, ਮਤਲਬ ਜ਼ਰਖੇਜ਼ ਧਰਤੀ ਜਿਹਨੂੰ ਅਸੀਂ ਕਹਿੰਦੇ ਹਾਂ, ਫਰਟਾਈਲ ਲੈਂਡ ਹੈ। 1.5% ਲੈਂਡ ਹੈ ਪੰਜਾਬ ਕੋਲ, 1.5 ਤੋਂ 2% ਪੂਰੇ ਜਿਓਗ੍ਰਾਫੀਕਲੀ ਪੂਰੇ ਇੰਡੀਆ ਦੀ। ਔਰ ਜਿਹੜਾ ਨੈਸ਼ਨਲ ਬਾਊਲ 'ਚ 50% ਯੋਗਦਾਨ ਪ੍ਰੋਡਿਊਸ ਪੰਜਾਬ ਦਾ ਹੈ। ਮੈਂ ਇਹਦੇ 'ਤੇ ਨਹੀਂ, ਮੈਂ ਗੱਲ ਉੱਥੇ ਹੀ ਕਨਫਾਈਨ ਕਰਦਾ ਵੀ ਇਹ ਸਟੇ ਹੋ ਰਹੇ ਨੇ ਜਾਂ ਇਹਨਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ। 100% ਦੇਖੋ, ਮੈਂ ਫਾਰਮੂਲਾ ਜਿਹੜਾ ਨੈਸ਼ਨਲ ਹਾਈਵੇਜ਼ ਐਕਟ 1956 ਦੇ ਵਿੱਚ ਇਹ ਐਕੁਜੀਸ਼ਨ ਹੋ ਰਹੀ ਹੈ, ਔਰ ਇਹਦਾ ਜਿਹੜਾ ਮੁਆਵਜ਼ਾ ਦੇਣਾ ਉਹ ਰਾਈਟ ਟੂ ਫੇਅਰ ਕੰਪਨਸੇਸ਼ਨ ਐਕਟ ਦੇ ਵਿੱਚ ਮਿਲਣਾ ਇਹਨੂੰ। ਇੱਕ ਤਾਂ ਗੱਲ ਮੰਨ ਕੇ ਚੱਲੀਏ ਕਿ ਠੀਕ ਹੈ ਕਿ ਪਬਲਿਕ ਪਰਪਸ ਵਾਸਤੇ ਸੜਕ ਬਣ ਰਹੀ ਹੈ, ਸੜਕ ਦੇ ਲਈ ਲੈਂਡ ਜਿਹੜੀ ਹੈ ਉਹ ਅਕਵਾਇਰ ਕੀਤੀ ਜਾ ਰਹੀ ਹੈ, ਪਰ ਉਹਦੇ ਲਈ ਜਿਹੜਾ ਮੁਆਵਜ਼ਾ ਦੇਣਾ, ਕੰਪਨਸੇਸ਼ਨ ਦੇਣਾ, ਉਸ ਓਨਰ ਨੂੰ, ਮਾਲਕ ਨੂੰ ਉਨਾ ਦਿੱਤਾ ਜਾਵੇ ਕਿ ਉਹ ਦੁਬਾਰਾ ਰੀਹੈਬਿਲਿਟਾਈਜ਼ ਹੋ ਜਾਵੇ। ਇਹ ਤਾਂ ਐਕਟ ਦਾ ਨਾਂ ਇਹ ਹੈ, ਤੁਸੀਂ ਐਕਟ ਅਗਰ ਦੇਖੋਗੇ ਜਾਂ ਪੜ੍ਹਨਗੇ, ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟਰਾਂਸਪੇਰੈਂਸੀ ਇਨ ਦੀ ਲੈਂਡ ਐਕੁਜੀਸ਼ਨ, ਰੀਹੈਬਿਲਿਟੇਸ਼ਨ ਐਂਡ ਰੀਸੈਟਲਮੈਂਟ ਐਕਟ। ਇਹ ਐਕਟ ਦੇ ਵਿੱਚ ਤਾਂ ਜਿਹੜੀ ਅਫੈਕਟਡ ਫੈਮਿਲੀ ਹੈ, ਜੇ ਕੋਈ ਜ਼ਿਮੀਂਦਾਰ ਦੇ ਕੋਈ ਕੰਮ ਕਰ ਰਿਹਾ, ਕੋਈ ਸਰਵੈਂਟ ਕੰਮ ਕਰ ਰਿਹਾ ਐਗਰੀਕਲਚਰ, ਉਹਦੀ ਫੈਮਿਲੀ ਵਾਸਤੇ ਵੀ ਪ੍ਰਾਵਧਾਨ ਹੈ ਜੀ। ਜੇ ਕੋਈ ਟੈਨੈਂਟ ਅਰਬਨ ਏਰੀਆ ਦੇ 'ਚ ਬੈਠਾ ਹੋਇਆ, ਉਹਦੀ ਫੈਮਿਲੀ ਅਫੈਕਟਡ ਫੈਮਿਲੀ ਆ, ਉਹਦੇ ਲਈ ਪ੍ਰਾਵਧਾਨ ਹੈ। ਫੋਲੋ ਕਿਉਂ ਨਹੀਂ ਕੀਤਾ ਜਾ ਰਿਹਾ? ਇਹ ਤਾਂ ਸਰਪ੍ਰਾਈਜ਼ਿੰਗ ਹੈ। ਕੋਰਟ ਨੇ ਵੀ ਇਸ ਗੱਲ ਨੂੰ ਜਦੋਂ ਕੋਰਟ ਨੇ, ਕਿਉਂਕਿ ਸਟੇ ਨਹੀਂ ਹੁੰਦਾ ਪ੍ਰੋਜੈਕਟ, ਫਸਟ ਟਾਈਮ ਜਦੋਂ ਹੀਅਰਿੰਗ ਹੁੰਦੀ ਰਹੀ 3 ਦਿਨ ਮੈਨੂੰ ਡੀਟੇਲ 'ਚ ਸੁਣਦੇ ਰਹੇ ਜੱਜ ਸਾਹਿਬ। ਬੈਂਚ ਵਾਜ਼ ਆਫ ਦੀ ਓਪੀਨੀਅਨ ਦੈਟ ਵੀ ਵਿਲ ਨਾਟ ਸਟੇ ਦੀ ਨੈਸ਼ਨਲ ਪ੍ਰੋਜੈਕਟਸ। But when I made it very satisfactory before the bench that there is no other option. ਜੇ ਇਸ ਜਿਹੜੀਆਂ ਗਾਈਡਲਾਈਨਸ ਨੇ ਇਹਨਾਂ ਨੂੰ ਹੀ ਨਜ਼ਰਅੰਦਾਜ਼ ਕੀਤਾ ਜਾ ਰਿਹਾ। I say it's a statutory provisions. I am not saying provide me. The parliament says in 2013 you bound to provide these benefits to the landowners. ਅੱਛਾ ਵਕੀਲ ਸਾਹਿਬ, ਅਸੀਂ ਥੋੜਾ ਜਿਹਾ ਦੇਖੀਏ। ਪਹਿਲਾਂ ਤਾਂ ਅਸੀਂ ਦੇਖੀਏ ਕਿ ਕੰਪਨਸੇਸ਼ਨ ਹੈ ਜਿਹੜਾ, ਮੰਨ ਲਓ ਮੇਰੀ ਕੋਈ ਜ਼ਮੀਨ ਹੈ ਤੇ ਉਹ ਅਕਵਾਇਰ ਹੋ ਰਹੀ ਹੈ, ਤੇ ਮੈਨੂੰ ਕੀ ਮਿਲਣਾ ਚਾਹੀਦਾ ਹੈ ਕੰਪਨਸੇਸ਼ਨ ਦੇ ਤੌਰ ਤੇ? ਤੁਹਾਡੀ ਪ੍ਰਾਪਰਟੀ ਦੋ ਤਰ੍ਹਾਂ ਦੀ ਹੋ ਸਕਦੀ ਹੈ। ਇੱਕ ਹੋ ਸਕਦੀ ਹੈ ਐਗਰੀਕਲਚਰਲ, ਇੱਕ ਹੋ ਸਕਦੀ ਹੈ ਕਮਰਸ਼ੀਅਲ, ਇੱਕ ਹੋ ਸਕਦੀ ਹੈ ਜਿਹਦੇ ਤੇ ਤੁਹਾਡਾ ਰੈਜ਼ੀਡੈਂਸ਼ੀਅਲ ਆ। ਕਮਰਸ਼ੀਅਲ ਗੈਰ ਮੁਮਕਿਨ ਹੋ ਜਾਂਦੀ ਹੈ। 3 ਤਰ੍ਹਾਂ ਦੀ ਹੋ ਗਈ ਹੈ। 3 ਤਰ੍ਹਾਂ ਦੀ ਮੰਨ ਲਓ। ਜੇ ਰੈਜ਼ੀਡੈਂਸ਼ੀਅਲ ਹੁੰਦੀ ਹੈ ਤਾਂ ਤੁਹਾਨੂੰ 28/8/2015 ਦਾ ਤੇ ਇੱਕ ਮਤਲਬ ਨੋਟੀਫਿਕੇਸ਼ਨ ਇਸ ਆਫੀਸ਼ੀਅਲ ਗਜਟ 'ਚ ਆ ਗਿਆ ਸੈਂਟਰਲ ਗਵਰਨਮੈਂਟ ਦਾ, ਜਿਹ 'ਚ ਉਹਨਾਂ ਨੇ ਕਲੈਰੀਫਾਈ ਕੀਤਾ ਕਿ
ਸੈਕੰਡ ਤੇ ਥਰਡ ਸ਼ਡਿਊਲ ਐਪਲੀਕੇਬਲ ਹੈ ਇਹਨੂੰ। ਸੈਕੰਡ ਸ਼ਡਿਊਲ ਕੀ ਕਹਿੰਦਾ, ਜੇ ਘਰ ਆਉਂਦਾ ਘਰ ਦੇ ਬਦਲੇ ਘਰ ਦੇਣਾ। ਜੇ ਮੇਰਾ ਘਰ ਅਕਵਾਇਰ ਹੋ ਰਿਹਾ ਜਗ੍ਹਾ ਤਾਂ ਘਰ ਦੇ ਬਦਲੇ ਘਰ। ਉਹ ਦੇਣਾ ਕਦੋਂ ਹੈ? ਕਬਜ਼ਾ ਲੈਣ ਤੋਂ ਪਹਿਲਾਂ, ਡਿਮੋਲਿਸ਼ ਕਰਨ ਤੋਂ ਪਹਿਲਾਂ। ਅੱਛਾ, ਇਹ ਨਹੀਂ ਘਟਾ ਦਿਓ ਤੇ ਤੁਸੀਂ ਨਾਟ ਐਟ ਆਲ। ਸੈਕਸ਼ਨ 3H1 ਆਫ ਨੈਸ਼ਨਲ ਹਾਈਵੇਜ਼ ਐਕਟ ਐਂਡ ਸੈਕਸ਼ਨ 38(1) ਆਫ ਦੀ ਰਾਈਟ ਟੂ ਫੇਅਰ ਕੰਪਨਸੇਸ਼ਨ ਐਕਟ, ਇਸੇ ਕਰਕੇ ਤੇ ਸਟੇ ਹੋਇਆ ਹੈ। 100% ਕੰਪਨਸੇਸ਼ਨ ਦੇਣੀ ਜ਼ਰੂਰੀ ਹੈ ਔਰ ਐਂਟਾਈਟਲਮੈਂਟਸ, ਰੀਹੈਬਿਲਿਟੇਸ਼ਨ ਐਂਟਾਈਟਲਮੈਂਟ ਦੇਣੀਆਂ ਜ਼ਰੂਰੀ ਨੇ। ਤਾਂ ਹਾਲੇ ਇੱਕ ਪੁਆਇੰਟ ਦੱਸਿਆ ਤੁਹਾਨੂੰ ਮੈਂ। ਸੈਕੰਡ ਪੁਆਇੰਟ ਕੀ ਹੈ? ਇੰਪਲਾਇਮੈਂਟ, ਚੁਆਇਸ ਆਫ ਐਨੂਟੀ। ਜੇ ਕੋਈ ਇੰਪਲਾਇਮੈਂਟ ਨਹੀਂ ਹੋ ਰਹੀ, ਇਹਦੇ ਵਿੱਚ ਕੋਈ ਇੰਪਲਾਇਮੈਂਟ ਜਨਰੇਟ ਨਹੀਂ ਹੋ ਰਹੀ, 5 ਲੱਖ ਰੁਪਇਆ ਦੇਣਾ ਤੁਸੀਂ ਰੀਸੈਟਲਮੈਂਟ ਅਲਾਊਂਸ ਦੇਣਾ 50,000 ਰੁਪਇਆ। ਕੈਟਲ ਸ਼ੈੱਡ ਲਈ 50,000 ਦਾ ਪ੍ਰਾਵਧਾਨ ਹੈ, ਮਿਨੀਮਮ 25,000 ਦਾ ਇਸ ਤਰ੍ਹਾਂ ਨਿਰਧਾਰਤ ਹੁੰਦੀ ਹੈ। ਇਸ ਤਰ੍ਹਾਂ ਆਲਰੇਡੀ ਬੜਾ ਕਲੀਅਰ ਕੀਤਾ ਹੋਇਆ ਐਕਟ ਦੇ ਵਿੱਚ। ਛੋਟੀ ਜਿਹੀ ਹੋਰ ਗੱਲ ਤੁਸੀਂ ਨਾਲ ਹੀ ਕਲੀਅਰ ਕਰ ਦਿਓ। ਮੰਨ ਲਓ ਕਿ ਮੇਰਾ ਪੈਲਸ ਹੈ ਸੜਕ ਦੇ ਉੱਤੇ, ਤੇ ਉਹ ਜਦੋਂ ਅਕਵਾਇਰ ਹੋ ਰਿਹਾ ਹੈ ਤਾਂ ਉਹ ਸੜਕ ਦੇ ਉੱਤੇ ਆ ਗਿਆ, ਤੇ ਮੈਂ ਚਾਹੁੰਦਾ ਕਿ ਉਹ ਕਮਰਸ਼ੀਅਲ ਪ੍ਰਾਪਰਟੀ ਦੇ ਤੌਰ ਤੇ ਦੇਖਿਆ ਜਾਵੇ। ਸਰਕਾਰ ਉਹਨੂੰ ਕਈ ਵਾਰ ਐਗਰੀਕਲਚਰ ਲੈਂਡ ਦੇ ਤੌਰ ਤੇ ਦੇਖਦੀ ਹੈ। ਇਹਦੇ 'ਚ ਦੋ ਚੀਜ਼ਾਂ ਜ਼ਰੂਰੀ ਨੇ ਮੈਂਸ਼ਨ ਕਰਨੀਆਂ। ਇੱਕ ਤਾਂ ਰੈਵਨਿਊ ਰਿਕਾਰਡ ਦੇ ਵਿੱਚ ਕਈ ਬਹੁਤ ਕੇਸਾਂ ਦੇ ਵਿੱਚ ਉਹ ਗੈਰ ਮੁਮਕਿਨ ਹੋ ਜਾਂਦਾ ਹੈ। ਗੈਰ ਮੁਮਕਿਨ ਉਹ ਹੁੰਦਾ ਵੀ ਜਿਹੜੀ ਪਹਿਲਾਂ ਚਾਹੀ ਲੈਂਡ ਆ, ਹੁਣ ਉਹ ਵਾਹੀਯੋਗ ਨਹੀਂ ਰਹੀ, ਉਹਦੇ ਤੇ ਕੋਈ ਮਤਲਬ ਸਟਰਕਚਰ ਬਣ ਗਿਆ, ਉਹ ਗੈਰ ਮੁਮਕਿਨ ਪੈਲੇਸ ਵੀ ਹੋ ਸਕਦਾ ਹੈ ਜਾਂ ਕੁਝ ਵੀ ਹੋ ਸਕਦਾ, ਜਾਂ ਉਹ ਐਗਰੀਕਲਚਰ ਜਿਹੜੀ ਵਿੱਚ ਐਗਰੀਕਲਚਰ ਵੀ ਹੋ ਸਕਦਾ। ਜਿਹੜਾ ਇਹਨਾਂ ਨੇ ਸਰਵੇ ਕਰਨਾ ਹੈ ਉਹ ਕਾਹਦੇ ਲਈ ਕਰਨਾ ਹੈ? ਸਰਵੇ ਤਾਂ 3A ਦਾ ਨੋਟੀਫਿਕੇਸ਼ਨ ਕਰਨ ਤੋਂ ਪਹਿਲਾਂ ਹੀ ਬਣਦੇ ਆ ਨਾ। ਜੇ ਤਾਂ ਇਹ ਦਿਖਦਾ ਨਹੀਂ ਬਣਿਆ ਹੋਇਆ, ਉਹ ਫਿਰ ਤਾਂ ਗੱਲ ਵੱਖਰੀ ਹੈ। ਜੇ ਰੈਵਨਿਊ ਅਥਾਰਟੀਜ਼ ਨੇ ਜਿਨ੍ਹਾਂ ਦੀ ਡਿਊਟੀ ਬਣਦੀ ਹੈ ਰੈਵਨਿਊ ਰਿਕਾਰਡ ਨੂੰ ਅਪਡੇਟ ਕਰਨਾ, ਹਰ 5 ਸਾਲ ਮਗਰੋਂ 2 ਸਾਲ ਮਗਰੋਂ ਜਿਹੜੀ ਚੇਂਜ ਹੁੰਦੀ ਹੈ, ਮੇਰਾ ਕਸੂਰ ਨਹੀਂ ਇਹਦੇ ਵਿੱਚ। ਲੈਂਡ ਓਨਰ ਦਾ ਕੀ ਦੋਸ਼ ਹੈ? ਲੈਂਡ ਓਨਰ ਦਾ ਕੋਈ ਦੋਸ਼ ਨਹੀਂ, ਉਹਦਾ ਸਟਰਕਚਰ ਤੇ ਖੜਾ, ਉਹ ਕਿਹੜਾ ਝੂਠ ਬੋਲਦਾ ਪਿਆ। ਸਟਰਕਚਰ ਦੇ ਪੈਸੇ ਦਿੰਦੀਆਂ ਨਹੀਂ NHAI ਜਾਂ ਜਿਹੜੀਆਂ ਅਥਾਰਟੀਜ਼ ਨੇ, ਤੇ ਕਮਰਸ਼ੀਅਲ ਦੇ ਤੌਰ ਤੇ ਉਹ ਚੱਲ ਰਿਹਾ ਹੁੰਦਾ ਤੇ ਉਹ ਦੰਦੇ ਨੇ ਵਾਹੀਯੋਗ ਜ਼ਮੀਨ ਦਾ। ਇਹੀ ਤੇ ਇਸ਼ੂਜ਼ ਲੈ ਕੇ ਖੜੇ ਹੋਏ ਆ ਜਿਹੜੇ ਮੇਰੇ ਕੋਲੇ। ਪਹਿਲਾਂ ਤਾਂ ਇਹ ਸੀ ਵੀ ਇਹ ਮੈਟਰ 'ਚ ਸਟੇ ਹੋਏਗੀ ਜਾਂ ਨਹੀਂ ਹੋਏਗੀ, ਉਹ ਪ੍ਰੋਪੋਜੀਸ਼ਨ ਰੇਜ਼ ਕਰਕੇ ਵਧੀਆ ਬੇਸ ਬਣ ਕੇ ਖੜੇ ਹੋਏ ਨੇ ਕਿ ਵੀ ਮਤਲਬ ਜਿਹੜੀ ਚੀਜ਼ ਸਟਰਕਚਰ ਵਿਜ਼ੀਬਲ ਹੈ ਉਹ ਹਾਂ, ਕਈ ਜਗ੍ਹਾ ਸਟਰਕਚਰ ਹੈ ਹੀ ਨਹੀਂ, ਵਿਜ਼ੀਬਲ ਨਹੀਂ, ਪੈਸੇ ਲੈ ਕੇ ਉਹ ਕਮਰਸ਼ੀਅਲ ਪਾਏ ਹੋਏ ਨੇ। ਇੱਕ ਕੇਸ ਥੋੜਾ, ਕਈ ਕੇਸਾਂ ਦੇ ਵਿੱਚ ਇਦਾਂ ਹੋਇਆ ਹੋਇਆ। ਇੱਕ ਢਾਬੇ ਵਾਲੇ ਨੂੰ ਕਮਰਸ਼ੀਅਲ ਮੰਨ ਕੇ ਪੈਸੇ ਦਿੱਤੇ, ਦੂਜੇ ਨੂੰ ਪਹਿਲਾਂ ਉਹਦੀ ਲੈਂਡ ਦੀ ਵੈਲਿਊ ਕਰਤੀ, ਜਿਵੇਂ ਮੈਕਸਿਮਮ ਕੇਸਿਸ 'ਚ ਕਰਦੇ ਨੇ। ਜੇ ਕੋਈ ਸਟਰਕਚਰ ਖੜੀ ਆ, ਹੁਣ ਤਾਂ ਇਹ ਇੰਨੀ ਕੁ ਬਸ਼ਰਮਗਿਰੀ ਹੋ ਗਈ ਹੈ, ਲੈਂਡ ਜਿਹੜੀ ਹੈ ਲੈਂਡ ਦੀ ਵੈਲਿਊ ਅਲੱਗ ਕੱਢ ਲੈਂਦੇ ਨੇ, ਉੱਤੇ ਇੱਟਾਂ, ਸੀਮੈਂਟ ਤੇ ਜਿਹੜਾ ਬਜਰੀ ਆ ਉਹਦਾ ਦਿੰਦੇ ਆ। ਐਕਟ ਕਹਿੰਦਾ ਤੁਸੀਂ R&R ਪਾਸ ਕਰਨਾ ਹੈ, ਤੁਸੀਂ ਕਿੱਦਾਂ ਰੀਹੈਬਿਲਿਟੇਸ਼ਨ ਤੋਂ ਬਿਨਾ ਮਤਲਬ ਪੈਸੇ ਦੇ ਕੇ ਸਾਰ ਦੋਗੇ। ਸੋ ਇਹ ਜਿਹੜਾ ਸ਼ਡਿਊਲ 3 ਹੈ ਨਾ, ਉਹ ਤਾਂ ਇੱਥੋਂ ਤੱਕ ਪ੍ਰਾਵਧਾਨ ਦਿੰਦਾ ਕਿ ਜੇ ਜ਼ਿਆਦਾ ਘਰ ਅਕਵਾਇਰ ਹੋ ਗਏ ਨਾ ਨਵੀਂ ਲੋਕੈਲਿਟੀ ਦੇ ਵਿੱਚ, ਸਾਰੇ ਤਰ੍ਹਾਂ ਦੀਆਂ ਫੈਸਿਲਿਟੀਜ਼, ਹਸਪੀਟਲ ਵੀ ਪ੍ਰੋਵਾਈਡ ਕਰਨਾ। ਹਰ ਇੱਕ ਨੇ ਤਾਂ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਦਾ। ਮਹਿੰਗੇ ਵਕੀਲ ਹੁੰਦੇ ਨੇ ਜ਼ਿਆਦਾਤਰ, ਇੰਨੀ ਲੜਾਈ ਲੜਨੀ, ਕਾਨੂੰਨੀ ਲੜਾਈ ਲੜਨੀ ਔਖੀ ਹੁੰਦੀ ਆ। ਆਮ ਸਧਾਰਨ ਪਿੰਡਾਂ ਦੇ ਲੋਕ ਨੇ, ਉਹ ਮੰਨ ਲੈਂਦੇ ਨੇ ਵੀ ਜਿੰਨਾ ਸਾਨੂੰ ਕੰਪੀਟੈਂਟ ਅਥਾਰਟੀ ਨੇ ਦੇ ਦਿੱਤਾ ਅਸੀਂ ਲੈ ਲਿਆ। ਨਹੀਂ, ਉਹਨਾਂ ਨੂੰ ਬਿਲਕੁਲ ਨਹੀਂ ਮੰਨਣਾ ਚਾਹੀਦਾ। 3A ਦੇ ਨੋਟੀਫਿਕੇਸ਼ਨ ਪਬਲਿਸ਼ ਹੋਣ ਦੇ 21 ਦਿਨ ਦੇ ਵਿੱਚ ਪਹਿਲਾਂ 3C1 ਦੇ ਵਿੱਚ ਆਬਜੈਕਸ਼ਨ ਹਰ ਬੰਦਾ ਦਵੇ, ਡਿਟੇਲ ਦੇ ਵਿੱਚ ਉਹਨਾਂ ਤੋਂ ਮੰਗੇ। ਮੈਂ ਨੋਟੀਫਿਕੇਸ਼ਨ ਵੀ ਦੱਸੀ ਜਾ ਰਿਹਾ, ਉਹਦੇ ਵਿੱਚ ਹੋਰ ਜਿਹੜੀਆਂ ਚੀਜ਼ਾਂ ਮੰਗਣੀਆਂ ਜ਼ਰੂਰੀ ਨੇ। ਜਿਹੜੇ ਐਕਸਪ੍ਰੈਸ ਵੇ ਦੇ ਵਿੱਚ, ਇਹ ਗ੍ਰੀਨ ਫੀਲਡ ਐਕਸਪ੍ਰੈਸ ਵੇ ਦੀ ਗੱਲ, 2 ਤਰ੍ਹਾਂ ਦੇ ਆ ਰਹੇ ਨੇ, ਇੱਕ ਬਰਾਊਨ ਫੀਲਡ ਤੇ ਇੱਕ ਗ੍ਰੀਨ ਫੀਲਡ। ਬਰਾਊਨ ਫੀਲਡ ਉਹ ਨੇ ਜਿਹੜੇ ਐਗਜ਼ਿਸਟਿੰਗ ਨੂੰ ਚੌੜਾ ਕਰਨਾ ਹੈ, ਗ੍ਰੀਨ ਫੀਲਡ ਉਹ ਨੇ ਜਿਹੜੇ ਨਵੇਂ ਸਿਰਿਓਂ ਨਿਕਲ ਰਹੇ ਨੇ। ਗ੍ਰੀਨ ਫੀਲਡ ਹਾਈਵੇ ਆ ਜਿਹੜਾ ਮੈਂ ਹੁਣ ਤੁਹਾਨੂੰ ਗੁਰਦਾਸਪੁਰ ਦਾ ਦੱਸ ਰਿਹਾ, ਭਾਰਤਮਾਲਾ ਪ੍ਰੋਜੈਕਟ 'ਚ ਹੁਣੇ ਪਿਛਲੇ ਹਫ਼ਤੇ ਹਾਈ ਕੋਰਟ ਤੋਂ ਸਟੇ ਹੋਇਆ ਜੀ 'ਚ, ਉਹ ਆਪਣੀ ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸ ਵੇ ਤੇ ਹੈ। ਉਹ ਜਿਹੜੀ ਪ੍ਰਾਪਰਟੀ ਦੇ ਵਿੱਚ ਵੀ ਵਿੱਚੋਂ ਲੈਂਡ ਨਿਕਲ ਗਈ, ਉਹਦੀ ਇੱਕ ਤਾਂ 2 ਫਾੜ ਲੈਂਡ ਹੋ ਗਈ, ਜਿਹੜੀ ਪਿੱਛੇ ਇਸ ਸਾਈਡ ਵੀ ਬਚ ਗਈ, ਉਸ ਸਾਈਡ ਵੀ ਬਚ ਗਈ, ਘਰ ਵੀ ਵਿੱਚ ਆ ਗਿਆ ਲੈਂਡ ਉਹਦਾ। ਉਹਨੂੰ ਕੋਈ ਅਸੈਸ ਕੌਣ ਦੇਊਗਾ? ਸਰਵਿਸ ਲੇਨ ਕੌਣ ਦੇਊਗਾ? ਗਾਈਡਲਾਈਨਸ ਮੈਂ ਨੈਸ਼ਨਲ ਹਾਈਵੇ ਦੀਆਂ ਹੀ ਪੜ੍ਹ ਰਿਹਾ, ਉਹ ਕਹਿੰਦੇ 10 ਮੀਟਰ ਦੀ ਸਰਵਿਸ ਲੇਨ ਦੇਣੀ ਜ਼ਰੂਰੀ ਹੈ। ਜਿਹੜੀ ਕੈਰੇਜ ਲੇਨ ਹੈ ਨਾ ਉਹਦੇ ਨਾਲ ਤਾਂ ਉਹ ਯੂਜ਼ ਤਾਂ ਕਰ ਲੇ ਨਾ ਉਹਨੂੰ, ਜਾਂ ਜਿਹੜੀ ਪਹਿਲੀ ਮੇਨ ਰੋਡ ਨੂੰ ਲੱਗਦਾ ਸੀ ਉਹਨੂੰ ਯੂਜ਼ ਕਰਨ, ਈਜ਼ਮੈਂਟਰੀ ਰਾਈਟ ਕੌਣ ਕਿਸੇ ਤੋਂ ਲੈ ਸਕਦਾ? ਉਹ 'ਚ ਮੈਂ ਇਹ ਵੀ ਮੰਗ ਕੀਤੀ ਹੈ, ਨਵੀਆਂ ਚੀਜ਼ਾਂ ਜਿਹੜੀਆਂ ਹੋਰ ਤੋਂ ਬਿਨਾਂ ਮੰਗ ਰਿਹਾ, ਵੀ ਦੋਏ ਪਾਸੇ ਸਰਵਿਸ ਲੇਨ ਮਿਲਣੀ ਚਾਹੀਦੀ ਹੈ। ਜਿਹੜੀ 2 ਫਾੜ ਹੋਗੀ ਉਹਦਾ ਅੰਡਰ ਬ੍ਰਿਜ ਬਣਨਾ ਚਾਹੀਦਾ ਕਿ ਟਰੈਕਟਰ ਟਰਾਲੀ ਵੀ ਲੈ ਕੇ ਨਿਕਲ ਜੇ, ਔਰ ਜਿਹੜਾ ਉਹਨੂੰ ਖਾਲ ਦਾ ਪਾਣੀ ਲੱਗਦਾ ਸੀ ਉਹ ਵੀ ਮਿਲਣਾ ਚਾਹੀਦਾ। ਜਿਹੜੀ ਇੰਪੋਰਟੈਂਟ ਚੀਜ਼ ਹੈ, ਜਿਹੜਾ ਉਹਦਾ ਘਰ ਹੁਣ ਉੱਥੋਂ ਟੁੱਟ ਜਾਣਾ, ਉਸ ਤੋਂ ਬਾਅਦ ਜਿਹੜੀ ਉਹਦੇ ਪਿੱਛੇ ਲੈਂਡ ਬਚ ਗਈ,
ਜੇ ਉਹਦੇ ਤੇ ਘਰ ਬਣਾਉਂਦਾ ਹੈ, ਉਹਦੇ ਤੇ 30 ਮੀਟਰ ਵਾਲਾ ਜਾਂ 5 ਮੀਟਰ ਵਾਲਾ ਜਿਹੜਾ ਨੋਟੀਫਿਕੇਸ਼ਨ ਆ ਉਹ ਵੇਵ ਆਫ ਹੋਣਾ ਚਾਹੀਦਾ। ਉਹਨੂੰ ਐਗਜ਼ੈਂਪਟ ਕਰੋ। ਕੌਣ ਕਰੂਗਾ? ਸੈਂਟਰਲ ਗਵਰਨਮੈਂਟ ਕਰੇ ਨਾ, ਵੀ ਇਹਨੂੰ ਕੱਲ ਨੂੰ ਐਨਓਸੀ ਨਾ ਲੈਣੀ ਪਵੇ ਜਦੋਂ ਦੁਬਾਰਾ ਨਵੇਂ ਸਿਰੇ ਤੋਂ, ਜੇ ਉਹ ਆਪਣੇ ਆਪ ਹੀ ਬਣਾਏਗਾ। ਹੋਰ ਇਹਦੇ ਵਿੱਚ ਸਮਝਣਾ ਚਾਹੁੰਦੇ ਆ ਕਿ ਜਿਵੇਂ ਅਸੀਂ ਦੱਸਿਆ ਕਿ ਕੰਪੀਟੈਂਟ ਅਥਾਰਟੀ ਉਸ ਏਰੀਆ ਦੀ ਹੁੰਦੀ ਹੈ, ਇਹ ਉਹ ਗੱਲ ਕਿਉਂ ਨਹੀਂ ਸਮਝਦੀ ਹੈਗੀ ਜੇ ਸਰਕਾਰ ਇਸ ਨੂੰ ਪੈਸੇ ਦਿੰਦੀ ਹੈ ਕਿ ਤੁਸੀਂ ਉਸ ਜਿਹੜਾ ਰੇਟ ਹੈਗਾ ਇਹ ਪ੍ਰੋਪਰ ਮਾਰਕੀਟ ਵੈਲਿਊ ਦੀ ਪਾ ਕੇ ਜੋ ਇਸ ਐਕਟ ਦੇ ਅਕੋਰਡਿੰਗ ਹੁੰਦਾ ਉਹਨੂੰ ਦੇ ਦਿਓ, ਤਾਂ ਦਿੱਤਾ ਕਿਉਂ ਨਹੀਂ ਜਾਂਦਾ? ਦੇਖੋ, ਮੈਂ ਸੈਕਸ਼ਨ 26 ਇੱਥੇ ਜ਼ਿਕਰ ਕਰਨਾ ਚਾਹੁੰਦਾ। ਸੈਕਸ਼ਨ 26 ਦੇ ਵਿੱਚ ਮੈਂ ਇੱਥੋਂ ਰੀਡ ਆਊਟ ਵੀ ਤੁਹਾਨੂੰ ਕਰਕੇ ਕਲੈਰੀਫਾਈ ਕਰ ਦਿੰਦਾ। ਇਹ ਮੈਂਸ਼ਨ ਕਰਦੇ ਨੇ ਵੀ ਅਸੀਂ 26 ਦੇ ਵਿੱਚ ਹੀ ਅਸੈਸ ਕਰ ਰਹੇ ਹਾਂ। ਹੁਣ ਤੁਸੀਂ ਮੈਨੂੰ ਦੱਸਿਓ ਇਹਦੇ ਵਿੱਚ ਪੜ੍ਹਨਾ ਜਾਂ ਸਮਝਣਾ ਕਿੰਨਾ ਕੁ ਮੁਸ਼ਕਿਲ ਹੈ। ਤੁਹਾਨੂੰ ਇਹ ਦੱਸ ਦਿੰਦਾ, ਡਿਟਰਮੀਨੇਸ਼ਨ ਆਫ ਮਾਰਕੀਟ ਵੈਲਿਊ 1 ਦਾ ਜਿਹੜਾ A ਆ ਉਹ ਕਹਿੰਦਾ ਮਾਰਕੀਟ ਵੈਲਿਊ ਇਫ ਸਪੈਸੀਫਾਈਡ ਅੰਡਰ ਦੀ ਇੰਡੀਅਨ ਸਟੈਂਪ ਐਕਟ ਕਲੈਕਟਰ ਰੇਟ ਹੋ ਗਿਆ, ਔਰ ਜਾਂ ਦੂਜੀ ਗੱਲ ਕਰਦਾ ਐਵਰੇਜ ਸੇਲ ਪ੍ਰਾਈਸ ਫਾਰ ਸਿਮਿਲਰ ਟਾਈਪ ਆਫ ਲੈਂਡ ਸਿਚੁਏਟਡ ਇਨ ਦੀ ਨੀਅਰ ਵਿਲੇਜ ਔਰ ਨੀਅਰੈਸਟ ਵਿਸਿਨਿਟੀ। ਇਹ ਨਹੀਂ ਵਿਲੇਜ ਵੀ ਹੋਵੇ ਚਾਹੇ, ਜਿਹੜੀ ਇਹਨਾਂ ਚੋਂ ਹਾਇਰ ਹੈ ਜੀ। ਹੁਣ ਜਿਹੜੇ ਐਵਰੇਜ ਵਾਲੀ ਦੇਣੀ ਹੈ, ਘੱਟ ਨਹੀਂ ਦੇਣੀ ਹੈਗੀ। ਤੁਸੀਂ ਐਕਟ ਹਰ ਜਗ੍ਹਾ ਇਹ ਕਲੈਰੀਫਾਈ ਕਰਦਾ। ਜੇ ਖੱਬੇ ਪਾਸੇ ਵਾਲੀ 20 ਲੱਖ ਦੀ ਵਿਕੀ ਆ, ਸੱਜੇ ਵਾਲੀ 15 ਦੀ, ਤਾਂ ਤੁਸੀਂ 20 ਲੱਖ ਵਾਲੀ ਜਿਹੜੀ ਐਵਰੇਜ ਸੇਲ ਪ੍ਰਾਈਸ ਕੈਲਕੂਲੇਟ ਹੋਣੀ। ਐਵਰੇਜ ਸੇਲ ਪ੍ਰਾਈਸ ਕੈਲਕੂਲੇਟ ਕਿੱਦਾਂ ਹੋਣੀ ਹੈ? ਜਿਹੜੀ ਜਿਸ ਦਿਨ ਤੋਂ ਨੋਟੀਫਿਕੇਸ਼ਨ ਔਰ ਇੰਟੈਂਸ਼ਨ ਸ਼ੋ ਕਰਤੀ, ਇਹਦੇ ਵਿੱਚ 3A ਦੇ ਵਿੱਚ ਨੋਟੀਫਿਕੇਸ਼ਨ ਆਇਆ, ਉਹ ਤੋਂ 3 ਸਾਲ ਪਹਿਲਾਂ ਜਿੰਨੀਆਂ ਰਜਿਸਟਰੀਆਂ ਹੋਈਆਂ ਉਹ ਚੁੱਕ ਲੈਣੀਆਂ। ਉਹ ਚੋਂ ਜਿਹੜੀਆਂ ਅੱਧੀਆਂ ਰਜਿਸਟਰੀ, ਸਪੋਜ਼ 10 ਰਜਿਸਟਰੀਆਂ ਹੋਈਆਂ ਜਾਂ 3 ਸਾਲ 'ਚ 30 ਹੋਈਆਂ, ਉਹਦੀਆਂ ਅੱਧੀਆਂ ਰਜਿਸਟਰੀਆਂ 15, ਕਿਹੜੀਆਂ 15 ਜਿਨ੍ਹਾਂ ਦੀ ਰੇਟ ਸਾਰਿਆਂ ਨਾਲੋਂ ਜ਼ਿਆਦਾ ਹੈ, ਉਹ ਚੁੱਕਣੀਆਂ, ਘੱਟ ਵਾਲੀਆਂ ਛੱਡ ਦੇਣੀਆਂ ਪਿੱਛੇ। ਉਹਦਾ ਐਵਰੇਜ ਕੱਢਣਾ, ਔਰ ਉਹ ਐਵਰੇਜ ਪ੍ਰਾਈਸ ਹੈ ਜਿਹੜਾ ਉਹ ਮਾਰਕੀਟ ਪ੍ਰਵੇਲਿੰਗ। ਅੱਛਾ, ਕੋਈ ਰਜਿਸਟਰਡ ਬਿਆਨਾ ਵੀ ਪਿਆ ਨਾ, ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਬਿਆਨਾ ਬੰਦਾ ਹਾਇਰ ਰੇਟ ਤੇ ਕਰਦਾ ਹੈ। ਔਰ ਸੁਪਰੀਮ ਕੋਰਟ ਦੀ ਇਹ ਜਜਮੈਂਟ ਹੈ ਕਿ ਵੀ ਜਿਹੜਾ ਮਾਰਕੀਟ ਪ੍ਰਵੇਲਿੰਗ ਰੇਟ ਆ ਉਹ ਹਮੇਸ਼ਾ ਜ਼ਿਆਦਾ ਹੁੰਦਾ ਜਿੰਨੀ ਰਜਿਸਟਰੀ ਕਰਵਾਈ ਹੁੰਦੀ ਹੈ। ਇਹ ਗੱਲ ਮੰਨੀ, ਇਹ ਮੰਨੀ ਹੋਈ ਹੈ ਐਕਟ। ਮੈਂ ਜਜਮੈਂਟਸ ਦੇ ਅਕੋਰਡਿੰਗਲੀ ਗੱਲ ਕਰਦਾ, ਨਾਟ ਇਨ ਏਅਰ। ਇਹ ਪ੍ਰਜ਼ੰਪਟ ਜਦੋਂ ਤੁਸੀਂ ਮਾਰਕੀਟ ਪ੍ਰਵੇਲਿੰਗ ਪ੍ਰਾਈਸ ਜਾਂ ਮਾਰਕੀਟ ਐਵਰੇਜ ਸੇਲ ਪ੍ਰਾਈਸ ਦੀ ਗੱਲ ਕਰਦੇ ਹੋ, ਫਿਰ ਤਾਂ ਉਹਦੀ ਮਾਰਕੀਟ ਪ੍ਰਾਈਸ ਤਾਂ ਉੱਥੋਂ ਦੀ ਜਿਹੜੀ ਚੱਲ ਰਹੀ ਪ੍ਰਾਪਰਟੀ ਦੀ ਰੇਟ ਹੈ ਉਹੀ ਦੱਸ ਸਕਦਾ। ਜੇ ਨਾਲ ਕੋਈ ਕਲੋਨੀ ਲੱਗਦੀ ਹੈ, ਹੁਣ 25 ਕਿੱਲਿਆਂ ਦਾ ਇੱਕ ਮਰਬਾ ਬਣਦਾ ਜੀ, ਸਪੋਜ਼ ਉੱਥੇ ਕਲੋਨੀ ਕਿਸੇ ਡਿਵੈਲਪਰ ਨੇ ਡਿਵੈਲਪ ਕਰੀ ਹੋਈ ਹੈ, ਉਹਦੀਆਂ ਰਜਿਸਟਰੀਆਂ ਇਹ ਪੜ੍ਹਦੇ ਹੀ ਨਹੀਂ। ਕਹਿੰਦੇ ਜੀ ਇਹ ਮਤਲਬ ਕਨਾਲ ਜਾਂ 2 ਕਨਾਲ ਤੋਂ ਘੱਟ ਹੈ, ਇੱਕ ਕਮਰਸ਼ੀਅਲ ਕੰਸੀਡਰ ਹੁੰਦੀ ਹੈ। ਕਿੱਥੇ ਇਹ ਤੇ ਲਿਖਿਆ ਵੀ ਉਹ ਰਜਿਸਟਰੀ ਨਹੀਂ ਮੰਨਣੀ ਤੁਸੀਂ? ਹੁਣ ਇਹ 'ਚ ਦੱਸੋ। ਮੈਂ ਇੱਕ ਹੋਰ ਤੁਹਾਤੋਂ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ ਬਹੁਤ ਨੇੜੇ ਤੋਂ ਦੇਖ ਰਹੇ ਹੋ ਇਹਨਾਂ ਸਾਰੇ ਕੇਸਾਂ ਨੂੰ, ਵੀ ਦਿੱਕਤ ਕਿਉਂ ਹੈ? ਦੇਖੋ, ਚਲੋ ਬਿਹਾਈਂਡ ਮੈਂ ਇਹਦੇ ਤੇ ਕਮੈਂਟ, ਕਿਉਂਕਿ ਜਿੰਨੀ ਦੇਰ ਤੱਕ ਕੋਈ ਪ੍ਰੂਫ ਹੋਵੇ ਜਾਂ ਚਲੋ ਹੇਅਰ ਸੇ, ਮੈਂ ਤੁਹਾਨੂੰ ਦੱਸ ਦਿੰਦਾ। ਹੁਣ 2-3 ਐਦਾਂ ਦੇ ਮੈਟਰ ਹੋ ਚੁੱਕੇ ਨੇ ਜਿੱਥੇ ਲੋਕੀ ਇਹ ਕਹਿੰਦੇ ਨੇ ਵੀ ਕਮਿਸ਼ਨ ਵਾਲਾ ਕੰਮ ਚੱਲਿਆ ਹੋਇਆ ਜੀ, ਤੁਸੀਂ ਸਾਨੂੰ ਕਮਿਸ਼ਨ ਇੰਨਾ ਦੇ ਦਿਓ, ਇੰਨਾ ਅਸੀਂ ਕਰਵਾ ਦਾਂਗੇ, ਵਿੱਚ ਏਜੰਟ ਚੱਲਦੇ ਪਏ ਨੇ। ਹੁਣ ਇੱਕ ਮੈਟਰ ਐਦਾਂ ਦਾ ਵੀ ਹੋ ਰੱਖਿਆ, ਉਹ ਹਾਈ ਕੋਰਟ ਮੈਂ ਚੈਲੰਜ ਕੀਤਾ ਹੋਇਆ। ਇੱਕ ਆਰਬੀਟਰੇਟਰ ਹੈ, ਆਰਬੀਟਰੇਟਰ ਦੇ ਨੂੰ ਰੋਕ ਲਾਈ ਹੋਈ ਹੈ ਵੀ ਜੇ ਉਹਦਾ ਕੋਈ ਵੀ ਰਿਲੇਟਿਵ ਕੋਈ ਵੀ ਕਿਸੇ ਕਿਸਮ ਦਾ, ਇੱਕ ਕਿਉਂਕਿ 2 ਧਿਰਾਂ ਨੇ ਇੱਥੇ, 2 ਧਿਰਾਂ ਕੌਣ ਹੈ? ਇੱਕ ਲੈਂਡ ਓਨਰਸ ਨੇ, ਇੱਕ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ। ਜੇ ਆਰਬੀਟਰੇਟਰ ਜਾਂ ਕੰਪੀਟੈਂਟ ਆਰਬੀਟਰੇਟਰ ਇਹਦੇ ਨਾਲ ਕੋਈ ਰਿਲੇਸ਼ਨ ਹੋਊਗਾ, ਇਹਦਾ ਫਾਇਦਾ ਕਰੂਗਾ ਨਾ ਉਹ। ਹੁਣ ਉਹ ਕੇਸ ਦੇ ਵਿੱਚ ਉਹ ਆਰਬੀਟਰੇਟਰ ਦੇ ਜਿਹੜਾ ਬੇਟਾ ਹੈ ਜਾਂ ਉਹ ਚੱਲ ਰਿਹਾ, ਜਾਂ ਅਸੀਂ ਉਹ 'ਚ ਰਿਕਾਰਡ 'ਚ ਦੇਖਿਆ, ਉਹ ਨੈਸ਼ਨਲ ਹਾਈਵੇ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਈ ਕੋਰਟ 'ਚ। ਉਹ ਚਲੋ ਮੈਂ ਉਹਦੇ 'ਚ ਲਾਏ ਆਬਜੈਕਸ਼ਨ, ਮੇਰੇ ਕੇਸ ਤਾਂ ਛੱਡਤੇ, ਬਾਕੀ ਹੋਰ ਸਾਰੇ ਡਿਸਮਿਸ ਹੁੰਦੇ ਜਾਂ ਹੋ ਰਹੇ ਆ, ਉਹ ਵੀ ਕੇਸ ਜਿਹੜਾ ਉਹ ਹਾਈ ਕੋਰਟ ਚੈਲੰਜ ਕੀਤਾ ਹੋਇਆ। ਹੁਣ ਜਿਹਦਾ ਵੈਸਟਡ ਇੰਟਰਸਟ ਇੱਕ ਧਿਰ 'ਚ ਹੋ ਗਿਆ, ਉਹ ਰੈਸ਼ਨਲ ਕਿਵੇਂ ਚੱਲ ਪਊਗਾ? ਬਿਲਕੁਲ। ਅੱਛਾ, ਇੱਕ ਇਹ ਵੀ ਸਵਾਲ ਹੈ, ਬਹੁਤ ਸਾਰੇ ਲੋਕ ਇਹ ਵੀ ਸਵਾਲ ਕਰਦੇ ਨੇ ਕਿ ਜੇ ਹਾਈਵੇ ਨਹੀਂ ਬਣਨਗੇ, ਜੇ ਹੁਣ ਰੋਕਾਂ ਲੱਗਣਗੀਆਂ ਤਾਂ ਉੱਥੇ ਕੋਈ ਹਾਦਸਾ ਵਾਪਰ ਸਕਦਾ ਹੈ, ਡਾਈਵਰਜਨਸ ਨੇ, ਤਾਂ ਉਹ ਕਿਉਂ? ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਜੇ ਤੁਸੀਂ ਉਹਦੇ ਤੇ ਰੋਕ ਲਵਾ ਰਹੇ ਹੋ, ਸਟੇ ਦਵਾ ਰਹੇ ਹੋ, ਹੁਣ ਆਪਣੇ ਲੁਧਿਆਣੇ ਤੋਂ ਚੰਡੀਗੜ੍ਹ ਤੱਕ ਹਾਈਵੇ ਹੈ, ਕਿੰਨੀ ਜਗ੍ਹਾ ਡਾਈਵਰਜਨ ਹੈ, ਨੁਕਸਾਨ ਹੋ ਸਕਦਾ। ਦੇਖੋ, ਇਹ ਨਲਾਇਕੀ, ਇਹ ਨੈਸ਼ਨਲ ਹਾਈਵੇ ਪੈਸੇ ਦੀ ਕੋਈ ਘਾਟ ਨਹੀਂ ਗੀ, ਜਾਂ ਤਾਂ ਕੋਈ ਉੱਥੇ ਕਮਿਸ਼ਨ ਦਾ ਇਸ਼ੂ ਅੜਿਆ ਹੋਇਆ, ਕਿਉਂਕਿ ਮੈਂ ਤੇ ਸਪਸ਼ਟ ਵਰਕ ਕਰਦਾ। ਮੈਂ ਕਹਿੰਦਾ ਵੀ ਲੈਂਡ ਓਨਰਸ ਨੂੰ ਬੈਨੀਫਿਟ ਜਿਹੜਾ ਉਹ ਸਟ੍ਰੇਟ ਹੋਣਾ ਚਾਹੀਦਾ। ਮੈਂ ਕੀ, ਜੇ ਤਾਂ ਮੈਂ ਕਹਾਂ ਜੋ ਪਾਰਲੀਮੈਂਟ ਨੇ ਦਿੱਤਾ ਉਹ ਤੋਂ ਜ਼ਿਆਦਾ ਮੰਗਾ, ਉਸ ਤੋਂ ਬਾਅਦ ਮੈਂ ਸਟੇ ਕਰਾਵਾਂ, ਫਿਰ ਤਾਂ ਗਲਤੀ ਲੈਂਡ ਓਨਰਸ ਦੀ ਹੋ ਸਕਦੀ ਹੈ। ਹੁਣ ਤੁਹਾਡੀ ਪ੍ਰਾਪਰਟੀ ਵੀ ਤੁਹਾਡੇ ਤੋਂ ਛਿਨ ਲਈ ਗਈ ਹੈ, ਤੁਸੀਂ ਕਿਹੜਾ ਜਾ ਕੇ ਕਿਹਾ ਮੇਰੀ ਪ੍ਰਾਪਰਟੀ ਲੈ ਲਓ? ਉਹੀ ਰੋਜੀ ਰੁਜ਼ਗਾਰ ਦਾ ਸਾਧਨ ਆ, ਉਹ ਤੁਹਾਡੇ ਤੋਂ ਖੋਹ ਲਿਆ ਜਾਵੇ, ਤੁਸੀਂ ਆਪਣੇ ਹੱਕ ਲਈ ਤਾਂ ਲੜਨਾ। ਥੋੜਾ ਸਪੈਸੀਫਾਈ ਏਰੀਆ ਦੀ ਗੱਲ ਕਰਦੇ ਆ, ਮੰਨ ਲਓ ਜਟਾਣਾ ਪਿੰਡ ਆਉਂਦਾ, ਉਹਦੇ ਬਾਰੇ ਥੋੜਾ ਦੱਸੋਗੇ ਕਿ ਉੱਥੇ ਕੀ ਹੈਗਾ? ਦੇਖੋ, ਉੱਥੇ ਜੋ ਅਵਾਰਡ ਹੋਇਆ ਸੀ, ਇਹਨਾਂ ਨੇ ਚੱਲ ਕੇ ਉਹ ਆਰਬੀਟਰੇਟਰ ਪਟਿਆਲਾ ਤੋਂ
ਸਟੇ ਕਰਾ ਲਈ ਉਹਦੀ। ਉਹਨੇ ਕਹਿਤਾ ਵੀ ਕਲੈਕਟਰ ਰੇਟ ਤੇ ਪੈਸੇ ਦੇ ਦਿਓ, ਤੁਸੀਂ ਕਬਜ਼ਾ ਲੈ ਲਓ। ਐਕਟ ਕਹਿੰਦਾ ਕਲੈਕਟਰ ਰੇਟ ਦੇ ਉੱਤੇ ਮਲਟੀਪਲਾਇਰ ਲੱਗਣ, ਕਲੈਕਟਰ ਰੇਟ ਨਹੀਂ ਮਾਰਕੀਟ ਵੈਲਿਊ ਦੇ ਉੱਤੇ ਮਲਟੀਪਲਾਇਰ ਲੱਗਣਾ, ਉਸ ਤੋਂ ਬਾਅਦ ਤੁਹਾਨੂੰ ਦੱਸ ਸਕਿਆ ਸਲੇਸ਼ੀਅਮ ਮਿਲਣਾ। ਉਹ ਮੈਂ ਹਾਈ ਕੋਰਟ ਤੋਂ ਸਟੇ ਕਰਾਏ। ਜਦੋਂ ਡਿਊਰਿੰਗ ਉਹਦੇ ਬਹੁਤ ਕੇਸ ਚੱਲੇ, 25 ਕੇਸ ਪਏ ਨੇ ਉਹ, ਔਰ ਮੈਂ ਇਹਨਾਂ ਤੋਂ ਮੁਆਵਜ਼ਾ ਮੰਗਿਆ ਵੀ ਤੁਹਾਡੀ ਨਲਾਇਕੀ ਕਰਕੇ ਉਹ ਕੇਸ ਸਾਨੂੰ ਪਾਉਣੇ ਪਏ। ਉਹ ਹਾਈ ਕੋਰਟ 'ਚ ਰਿਟ ਚੱਲਦੀ ਹੈ। ਜਦੋਂ ਰਾਣਾ ਜੀ ਉਹ 'ਚ ਇੱਕ ਇੰਟਰਸਟਿੰਗ ਕੁਐਸਚਨ ਰੇਜ਼ ਹੋਇਆ, ਉਹ ਜਿਹੜਾ ਆਰਬੀਟਰੇਟਰ ਹੈ ਉਹ ਆਪਣੇ ਆਪ ਨੂੰ ਕਮਿਸ਼ਨਰ ਬਣ ਕੇ ਕੰਮ ਕਰਦਾ। ਮੈਂ ਇੱਕ ਹੋਰ ਗੱਲ ਜੇਕਰ ਕਲੀਅਰ ਕਰਦਾ, ਆਰਬੀਟਰੇਟਰ ਹੁੰਦਾ ਦੋਹੇ ਧਿਰਾਂ ਦਾ ਸਾਂਝਾ ਬੰਦਾ। ਜੇ ਕਮਿਸ਼ਨਰ ਨੂੰ ਪਾਵਰ ਦਿੱਤੀ ਆਰਬੀਟਰੇਟਰ ਦੀ, ਉਹ ਤੁਹਾਡੇ ਨਾਲ ਕਮਿਸ਼ਨਰ ਦੀ ਕੈਪੈਸਿਟੀ 'ਚ ਕੰਮ ਨਹੀਂ ਕਰੂਗਾ। ਉਹਦੀ ਜਿਹੜੀ ਕਮਿਸ਼ਨਰਸ਼ਿਪ ਆ ਉਹ ਬਾਹਰ ਹੋ ਜੂਗੀ ਦਫ਼ਤਰ ਤੋਂ, ਆਰਬੀਟਰੇਟਰ ਬਣ ਕੇ ਕੰਮ ਕਰੂਗਾ। ਉਹ ਕਰਦਾ ਆਰਬੀਟਰੇਟਰ ਬਣ ਕੇ ਸੀ ਵਰਕ। ਉਹ ਸਟੇ ਕਰਤਾ, ਹਾਈ ਕੋਰਟ ਤੋਂ ਮੈਂ ਸਟੇ ਕਰਾਇਆ। ਜਦੋਂ ਡਿਊਰਿੰਗ ਪ੍ਰੋਸੀਡਿੰਗ ਸਾਨੂੰ ਪਤਾ ਚੱਲਿਆ ਕਿ ਵੀ ਇਹ ਆਰਬੀਟਰੇਟਰ ਤਾਂ ਅਪੁਆਇੰਟ ਹੀ ਨਹੀਂ ਕੀਤਾ ਸੈਂਟਰਲ ਗਵਰਨਮੈਂਟ ਨੇ। ਸ਼ੌਕਿੰਗ ਨਿਊਜ਼। ਉਹ ਕਿਹਨੇ ਕੀਤਾ? ਉਹ ਆਪਣੇ ਆਪ। ਹੁਣ ਲੈਂਡ ਓਨਰਸ ਨੂੰ ਤਾਂ ਕੁਝ ਨਹੀਂ ਪਤਾ, ਇਹ ਕੰਮ ਕਰਨ ਵਾਲਿਆਂ, ਖੇਤੀਬਾੜੀ ਕਰਨ ਵਾਲੇ ਲੋਕ ਨੇ। NHAI ਨੇ ਚੱਕ ਕੇ ਕੇਸ ਫਾਈਲ ਕਰਤੇ, ਸਟੇ ਲੈ ਲਈ। ਇਹਨਾਂ ਦੇ ਘਰ ਤਾਂ ਖਬਰੇ ਨਹੀਂ ਹੈ। ਹੁਣ ਜਦੋਂ ਜੇ ਸਪੋਜ਼, ਹੁਣ ਮੈਂ ਤਾਂ ਇਹ ਹਾਈਲਾਈਟ ਕਰ ਲਿਆ, ਕਈ ਹੋਰ ਐਡਵੋਕੇਟ ਸੀ ਉਹ ਕਰੀ ਗਏ, ਲੜੀ ਗਏ, ਉਹ ਹਾਰ ਵੀ ਗਏ ਕੇਸ ਕਈ। ਜਿਹੜਾ ਬੰਦਾ ਇੱਕ ਆਰਬੀਟਰੇਟਰ ਅਪੁਆਇੰਟਡ ਹੀ ਨਹੀਂ ਹੈ, ਜਿਹੜੀ 2019 ਉਹ ਤੇ ਬੜਾ ਵੱਡੀ ਰਿਟ ਪਈ ਹੋਈ ਹੈ ਉੱਥੇ। ਇਹਨਾਂ ਨੇ ਮਤਲਬ ਸੀਨੀਅਰ। ਅੱਛਾ, ਕਿਸੇ ਤੁਹਾਡੇ ਕੋਈ ਇਸ ਤਰ੍ਹਾਂ ਦਾ ਕੇਸ ਆਇਆ ਕਿ ਜਿੱਥੇ ਜਿਹੜੇ ਅਬੋਲਿਸ਼ ਕੀਤੇ ਗਏ ਨੇ ਘਰ, ਕੋਈ ਕਿਸੇ ਨੂੰ ਦੁਬਾਰਾ ਘਰ ਬਣਾ ਕੇ ਦਿੱਤਾ? ਯੈਸ, ਇਟ ਇਜ਼ ਨਵੇਂ ਐਕਟ ਦੇ ਵਿੱਚ ਘਰ ਵੀ ਨਹੀਂ ਸੀ ਆਏ ਰਾਣਾ ਜੀ। ਐਗਰੀਕਲਚਰ ਲੈਂਡ ਆਈ ਸੀ, ਐਗਰੀਕਲਚਰ ਲੈਂਡ, ਕੋਈ ਘਰ ਨਹੀਂ ਆਇਆ। ਕਿੱਥੋਂ ਦੀ ਡੱਡੂ ਮਜਰਾ ਧਨਾਸ ਦੀ। ਉਹਨਾਂ ਨੇ ਪਹਿਲਾਂ ਰਿਟ ਫਾਈਲ ਕੀਤੀ ਸੀ, ਕੋਈ ਸੀ ਐਡਵੋਕੇਟ ਫਾਈਲ ਕਰਕੇ, ਉਹ ਗਲਤ ਉਹਨਾਂ ਤੋਂ ਫਾਈਲ ਹੋ ਗਈ ਸੀ। ਚਲੋ ਜਦੋਂ ਮੇਰਾ ਪਤਾ ਚੱਲਿਆ, ਆਪਾਂ ਵਿਡਰੋ ਕੀਤੀ, ਉਹ ਨਵੇਂ ਸਿਰੇ ਤੋਂ ਫਾਈਲ ਕੀਤੀ। ਉਹਦੇ ਵਿੱਚ ਐਗਰੀਕਲਚਰ ਆਈ ਸੀ ਲੈਂਡ, 5 ਲੱਖ ਰੁਪਇਆ R&R ਦੇ ਅੰਡਰ ਉਹਨਾਂ ਨੂੰ ਇੰਪਲਾਇਮੈਂਟ ਦਾ, ਐਨੂਟੀ ਦਾ, ਚੋਇਸ ਆਫ ਐਨੂਟੀ ਦਾ, ਔਰ 50,000 ਰੁਪਇਆ ਰੀਸੈਟਲਮੈਂਟ ਅਵਾਰਡ ਉਹਨਾਂ ਨੂੰ ਡਿਸਬਰਸ ਹੋ ਚੁੱਕਿਆ। ਔਰ ਉਹ ਪ੍ਰੋਜੈਕਟ PR4 ਰੋਡ ਹੈ। ਇੱਕ ਪ੍ਰੋਜੈਕਟ ਹੈ ਯੂਟੀ ਦਾ, ਜਿਹੜਾ ਵਿਦ ਦੀ ਗ੍ਰੇਸ ਆਫ ਗੋਡ ਉਹ ਮੈਂ ਰਿਟ ਕਰ ਰਿਹਾ, ਉਹ ਵੀ ਸਟੇ ਕਰਾਇਆ ਹੋਇਆ। ਪਿਛਲੇ 1 ਸਾਲ ਹੋਣ ਵਾਲਾ, ਹੁਣ ਸਟੇ ਹੋਈ ਨੂੰ ਉਹਨੂੰ ਵੀ। ਠੀਕ ਹੈ, ਚਲੋ ਬਹੁਤ ਚੰਗੀ ਗੱਲ ਹੈ ਕਿ ਕਿਸੇ ਦਾ ਹੱਕ ਜਿਹੜਾ ਉਹ ਦਿਵਾਉਣਾ ਜ਼ਰੂਰੀ ਹੈਗਾ। ਪਰ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਜਿਹੜਾ ਦਿੱਲੀ ਜੰਮੂ ਕਟੜਾ ਅੰਮ੍ਰਿਤਸਰ ਹਾਈਵੇ ਦੀ ਆਪਾਂ ਗੱਲ ਕਰ ਰਹੇ ਹਾਂ, ਐਕਸਪ੍ਰੈਸ ਵੇ ਦੀ, ਉੱਥੇ ਜਿਹੜੀ ਜ਼ਮੀਨ ਆ ਰਹੀ ਹੈ ਤਾਂ ਉਹ ਪ੍ਰੋਟੈਸਟਰਸ ਪ੍ਰੋਟੈਸਟ ਕਰ ਰਹੇ ਨੇ ਪਟਿਆਲਾ ਦੇ ਵਿੱਚ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ, ਮੋਤੀ ਮਹਿਲ ਦੇ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸੈਂਟਰਲ ਪ੍ਰੋਜੈਕਟ ਹੈ, NHAI ਹੈ, ਤਾਂ ਉੱਥੇ ਕਿਉਂ? ਇਹ ਤੁਹਾਨੂੰ ਮੈਂ ਇਹ ਪਹਿਲਾਂ ਵੀ ਕਲੀਅਰ ਕਰ ਚੁੱਕੇ ਹਾਂ। ਜਿਹੜਾ ਪੰਜਾਬ ਗਵਰਨਮੈਂਟ ਦੇ, ਮੇਰੇ ਅਕੋਰਡਿੰਗ, ਮੇਰਾ ਓਪੀਨੀਅਨ, ਮੇਰਾ ਹੋ ਸਕਦਾ ਓਪੀਨੀਅਨ ਕਿਸੇ ਹੋਰ ਇਹ ਤੋਂ ਡਿਫਰੈਂਟ, ਮੈਂ ਉਹਨੂੰ ਸਹੀ ਸੇਧ ਚਾਹੁੰਦਾ ਸੀ, ਉਹਨਾਂ ਤੱਕ ਗੱਲ ਰਾਈਟ ਟੂ ਡੈਮੋਨਸਟ੍ਰੇਟ ਕਰਨਾ ਜ਼ਰੂਰੀ ਹੈ। ਮਤਲਬ ਕਿਸੇ ਨੂੰ ਡਰ ਵੀ ਹੋਣਾ ਚਾਹੀਦਾ ਵੀ ਯੂਨਿਟੀ ਹੈ। ਜਿਹੜਾ ਇੱਥੇ ਡੈਮੋਨਸਟ੍ਰੇਸ਼ਨ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ ਕਿ ਮਾਰਕੀਟ ਪ੍ਰੀਵੇਲਿੰਗ ਪ੍ਰਾਈਸ ਕਿੱਦਾਂ ਮੈਕਸਿਮਮ ਕੀਤਾ ਜਾ ਸਕਦਾ, ਕੀਤਾ ਜਾਣਾ। ਇਸ ਐਕਟ ਦੇ ਕੀਤਾ ਜਾਣਾ ਸਕਦਾ ਨਹੀਂ, ਕਿੱਦਾਂ ਬਣਦਾ ਜ਼ਿਆਦਾ, ਕਿੱਦਾਂ ਜ਼ਿਆਦਾ ਬਣਦਾ, ਉਹ ਗਾਈਡਲਾਈਨਸ ਇਸ਼ੂ ਪੰਜਾਬ ਗਵਰਨਮੈਂਟ ਨਾ ਕਰੇ। ਪਰ ਆਫੀਸ਼ੀਅਲਸ ਜਿਹੜੇ ਨੇ ਉਹਨਾਂ ਨੂੰ ਕੋਈ ਮੀਟਿੰਗ ਦੇ ਵਿੱਚ ਇਹ ਕਲੈਰੀਫਿਕੇਸ਼ਨ ਤਾਂ ਹੋ ਜਾਣੀ ਚਾਹੀਦੀ ਹੈ ਵੀ ਇਹ ਹੋਣਾ ਬਣਦਾ। ਹੁਣ 1.5 ਤੇ 2 ਦਾ ਮਲਟੀਪਲਾਇਰ ਪੰਜਾਬ ਗਵਰਨਮੈਂਟ ਨੇ ਕੀਤਾ, ਉਹ ਹਾਈ ਕੋਰਟ ਦੀ ਇੱਕ ਜਜਮੈਂਟ ਵੀ ਸੀ। ਤੇ 1.5 ਤੇ 2 ਦਾ ਮਲਟੀਪਲਾਇਰ ਹੀ ਨਹੀਂ ਦੇ ਰਹੇ ਉਹ, ਹੈ ਤਾਂ ਅਲਟੀਮੇਟਲੀ ਅੰਡਰ ਵਰਕ। ਹੁਣ ਇਹੀ ਤੇ ਪ੍ਰੋਬਲਮ ਹੈ ਸਰ। ਸੈਂਟਰਲ ਗਵਰਨਮੈਂਟ ਨੇ ਤਾਂ ਪੇਮੈਂਟ ਦੇਣੀ ਹੈ। ਕੰਪੀਟੈਂਟ ਅਥਾਰਟੀ ਹੈ ਜਿਹੜੀ, ਉਹ ਇੱਕ ਕੰਪੀਟੈਂਟ ਅਥਾਰਟੀ ਚ ਪੂਰੀ ਵੈਸਟਡ ਪਾਰ ਆ। ਉਹਨੂੰ ਚੈਲੰਜ ਹੈ ਕੰਪੀਟੈਂਟ ਅਥਾਰਟੀ, ਉਹਦੇ ਅਗੇਂਸਟ ਕਮਿਸ਼ਨਰ ਕੋਲ ਜਾ ਸਕਦਾ, ਆਰਬੀਟਰੇਟਰ ਕੋਲ ਜਾ ਸਕਦਾ। ਜੇ ਕੋਈ ਕੰਪੀਟੈਂਟ ਅਥਾਰਟੀ ਵੱਧ ਪੈਸੇ ਦੇ ਦੇਵੇ ਮੰਨ ਲਓ, ਤਾਂ ਉਹਦੇ ਜੇ ਸਰਕਾਰ ਨੂੰ ਲੱਗਦਾ ਹੈ ਕਿ ਇਹਨੇ ਜ਼ਿਆਦਾ ਪੈਸੇ ਦੇ ਦਿੱਤੇ ਤਾਂ ਕੀ ਪ੍ਰੋਵੀਜ਼ਨ? ਹੁਣ ਮੈਂ ਤੁਹਾਨੂੰ ਦੱਸਦਾ, ਸੇਮ ਪ੍ਰੋਪੋਜੀਸ਼ਨ ਹੋਈ ਸੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ ਵਿੱਚ। ਹੁਣ ਤੱਕ ਕਾਨੂੰਨ ਇਹ ਸੀ, ਜੇ ਪੈਸੇ ਜ਼ਿਆਦਾ ਕਿਸੇ ਨੇ ਅਸੈਸ ਕਰਤੇ, ਨੈਸ਼ਨਲ ਹਾਈਵੇ ਕਹਿੰਦਾ ਵੀ ਇਹ 2 ਕਰੋੜ 35 ਲੱਖ ਐਗਰੀਕਲਚਰ ਦਾ ਹੋਇਆ ਸੀ ਉੱਥੇ, ਤੇ 4.25 ਕਰੋੜ ਰੁਪਇਆ ਹੋਇਆ ਸੀ ਕਮਰਸ਼ੀਅਲ ਦਾ। ਉਹ ਕਹਿੰਦੇ ਤਾਂ ਹਾਈ ਰੇਟ ਬਹੁਤ ਜ਼ਿਆਦਾ। ਉਹਨਾਂ ਨੇ ਪਟਿਆਲੇ ਚਲੇ ਗਏ 2016 'ਚ, ਉਹ ਕੇਸ 1 ਸਾਲ 1.5 ਸਾਲ ਲਟਕਾ ਰੱਖਿਆ, ਪੈਸੇ ਪੇ ਨਹੀਂ ਕੀਤੇ ਉਹਨਾਂ ਨੇ, ਕਹਿੰਦੇ ਅਸੀਂ ਕਟਵਾਉਣੇ ਆ। ਜਦੋਂ ਮੇਰੇ ਕੋਲੇ ਆਈਆਂ ਪਾਰਟੀਜ਼, ਮੈਂ ਪਟੀਸ਼ਨ ਫਾਈਲ ਕੀਤਾ। ਹਾਲਾਂਕਿ ਲਾਅ ਇਹ ਸੀ ਵੀ ਜੇ ਅਪੀਲ ਪੈਂਡਿੰਗ ਪਈ ਹੈ, ਤੁਸੀਂ ਪੈਸੇ ਜਿਹੜੇ ਆ ਰਿਲੀਜ਼ ਨਹੀਂ ਕਰਵਾ ਸਕਦੇ। ਪਹਿਲਾਂ ਲਾਅ ਇਹ ਚੱਲਦਾ ਪਿਆ ਸੀ। ਉਹ 31/5/2017 ਦੀ ਜਜਮੈਂਟ ਹੈ। 1 ਕਰੋੜ 75 ਲੱਖ ਰੁਪਇਆ, ਮਤਲਬ 1.75 ਅਰਬ ਰੁਪੀਜ਼ ਕੰਟੈਂਪਟ
ਪਹਿਲਾਂ ਰਿਟ ਲਾਓ ਕਰਾਈ, ਉਸ ਤੋਂ ਬਾਅਦ ਕੰਟੈਂਪਟ ਫਾਈਲ ਕਰਾ ਕੇ ਦਵਾ ਚੁੱਕੇ ਆ, ਉਹ ਲੈਂਡ ਓਨਰਸ ਨੂੰ ਮਿਲ ਚੁੱਕੇ ਨੇ। ਕੰਪੀਟੈਂਟ ਮੈਂ ਇਹ ਕੁਐਸਚਨ ਰੇਜ਼ ਕੋਰਟ ਹਾਈ ਕੋਰਟ ਚ ਕੀਤਾ ਸੀ, ਕੰਪੀਟੈਂਟ ਅਥਾਰਟੀ ਕਿਹਨੇ ਅਪਾਇੰਟ ਕੀਤੀ ਹੈ? ਸੈਂਟਰਲ ਗਵਰਨਮੈਂਟ ਨੇ। ਲੈਂਡ ਓਨਰਸ ਨੇ ਅਪਾਇੰਟ ਕੀਤੀ ਹੈ। ਲੈਂਡ ਓਨਰਸ ਦਾ ਕੀ ਲੈਣ ਦੇਣਾ ਹੈ? ਲੈਂਡ ਲੈ ਲਈ, ਉਹਨਾਂ ਨੂੰ ਪ੍ਰੋਬਲਮ ਉਹਨਾਂ ਨੂੰ ਹੋ ਰਹੀ ਹੈ, ਪ੍ਰੋਬਲਮ ਲੈਂਡ ਓਨਰ ਨੂੰ ਹੋ ਰਹੀ। ਹੁਣ ਜਿਹੜੇ ਕੇਸ ਚੱਲਦੇ ਨੇ, ਜਿੱਥੇ ਮੈਂ ਸਟੇ ਕਰਾਈ ਹੈ, ਉੱਥੇ 4 ਐਡਵੋਕੇਟ ਅਪੀਅਰ ਹੁੰਦੇ ਨੇ ਜਾਂ ਚੇਂਜ ਹੋ ਕੇ ਹੁੰਦੇ ਨੇ। ਸੀਨੀਅਰ ਡੈਜ਼ਿਗਨੇਟਡ ਤੁਸੀਂ ਅਪੀਅਰ ਕਰੇ ਨੇ, ਜਿਹੜਿਆਂ ਨੂੰ ਇੱਕ 1.25 ਲੱਖ ਰੁਪਇਆ ਮੇਰੇ ਵਾਲੇ ਕੇਸਾਂ ਦੇ ਵਿੱਚ 1.25 ਲੱਖ ਰੁਪਇਆ ਇੱਕ ਹੀਅਰਿੰਗ ਦਾ ਤੁਸੀਂ ਉਹਨੂੰ ਚਾਰਜ ਦੇ ਰਹੇ ਹੋ। ਪੈਸਾ ਕਿੱਥੋਂ ਜਾ ਰਿਹਾ? ਲਿਟੀਗੇਸ਼ਨ ਕਿਉਂ ਹੋ ਰਿਹਾ? ਤੁਹਾਡੀ ਨਲਾਇਕੀ ਕਰਕੇ ਹੋ ਰਿਹਾ। ਲੈਂਡ ਓਨਰ ਸਫਰਰ ਨੇ। ਜੇ ਮੇਰੀ ਜ਼ਮੀਨ ਆ ਰਹੀ ਹੈ, ਮੈਨੂੰ ਐਕਟ ਦੇ ਅਧੀਨ ਸਹੀ ਪੈਸੇ ਮਿਲ ਰਹੇ ਨੇ, ਮੈਨੂੰ ਕੀ ਲੋੜ ਹੈ ਕੇਸ ਲੜਨ ਦੀ ਜਾਂ ਤੁਸੀਂ ਇਹ ਸਮਾਂ ਜਿਹੜਾ ਜਾਇਆ ਹੋ ਰਿਹਾ? 25 ਕੇਸ ਸੀਗੇ ਜਿਹੜੇ ਕਿ ਬਿਨਾਂ ਕਿਸੇ ਰੀਜ਼ਨ ਤੋਂ ਲੜਨਾ ਪੈ ਗਿਆ। ਉਹ ਤੋਂ ਵਿਧੀ ਮੈਨੂੰ ਇਹ ਸੀ, ਜੇ ਮੈਨੂੰ ਰਾਤੋਂ ਇਹ ਆਰਡਰ ਕਰਾਉਂਦੇ ਸੀ, ਇੱਕ ਆਰਡਰ ਗਲਤ ਫੈਕਟ ਦੱਸ ਕੇ ਇਹਨਾਂ ਨੇ ਕਰਾਇਆ, ਤੀਜੇ ਦਿਨੇ ਮੈਂ ਉਹ ਵਕੇਟ ਕਰਵਾਇਆ, ਨਹੀਂ ਤਾਂ ਕਬਜ਼ਾ ਲੈ ਗਏ ਸੀ ਇਹ। ਹੁਣ ਜੇ ਸਪੋਜ਼ ਕਰੋ ਮੈਂ ਇੰਨੀ ਜਾਂ ਕੋਈ ਕਈ ਵਾਰ ਨਹੀਂ ਵਕੀਲ ਸਾਹਿਬ ਕਰ ਪਾਉਂਦੇ ਇੰਨੀ ਐਫੀਸ਼ੀਐਂਟਲੀ, ਇਹ ਤਾਂ ਬਹੁਤ ਜਲਦੀ ਮੈਂ ਵਰਕ ਕਰਾਉਂਦਾ ਪਿਆ, ਮੈਂ ਸਾਰਾ ਉਹ ਚ ਇਨਵੋਲਵ ਹੋ ਕੇ ਲੱਭ ਲਿਆ। ਜੇ ਸਪੋਜ਼ ਉਹ ਨਾ ਕਰਦੇ ਹੁੰਦੇ, ਐਦਾਂ ਹੀ ਜਿਵੇਂ ਰਾਜਾ ਢਾਬਾ ਜਾਂ ਜਿਹੜੀਆਂ ਉਹ ਬਚਾਈਆਂ ਨੇ ਸਟਰਕਚਰਸ, ਹਾਈ ਕੋਰਟ ਤੋਂ ਹੀ ਆਰਡਰ ਹੋ ਗਏ ਸੀ ਵੀ ਢਾਹ ਕੇ ਰਿਪੋਰਟ ਕਰੋ, ਜੇ ਉਹ ਸਟਰਕਚਰ ਢਹਿ ਜਾਂਦਾ, ਭਾਵੇਂ ਬਾਅਦ ਚ ਬਣਦਾ ਵੀ ਰਹਿੰਦਾ, ਉਹਦਾ ਕੀ ਹੱਲ ਸੀ? ਨਹੀਂ, ਜੇ ਅੱਜ ਮੇਰੀ ਦੁਕਾਨ ਵੀ ਚੱਲ ਰਹੀ ਹੈ ਤੇ ਉਹ ਢਹਿ ਜਾਵੇ, ਦੂਜੀ ਜਗ੍ਹਾ ਚੱਲੇਗੀ ਕਿ ਨਹੀਂ ਚੱਲੇਗੀ, ਕਿਸੇ ਨੂੰ ਕੀ ਪਤਾ? ਕਿਸੇ ਨੂੰ ਕੀ ਪਤਾ? ਸੋ ਇਹ ਨਲਾਇਕੀਆਂ ਕਰਕੇ ਜੋ ਇਹ ਡਿਫਰੈਂਟ ਆਸਪੈਕਟ ਹੋ ਰਹੇ ਨੇ, ਤੁਸੀਂ ਇਹ ਗੱਲ ਬਹੁਤ ਕਹੀ ਹੈ, ਅਮਾਉਂਟ ਕੰਪੀਟੈਂਟ ਅਥਾਰਟੀ ਨੇ ਵਧਾ ਕੇ ਦੇਤੀ। ਤੁਸੀਂ ਪਹਿਲਾਂ ਅਮੋਲੂਮੈਂਟਸ ਤਾਂ ਦਿਓ ਨਾ, ਲੈਂਡ ਓਨਰਸ ਦੀ ਕੰਪੀਟੈਂਟ ਅਥਾਰਟੀ ਥੋੜੋ ਨਾ, ਤੁਸੀਂ ਉਹ ਅਪਾਇੰਟ ਕੀਤੀ ਹੈ। ਤੁਸੀਂ ਇਹ ਜਦੋਂ ਲੈਂਡ ਓਨਰ ਵਧਾਉਣ ਲਈ ਜਾਂਦੇ ਨੇ ਉਦੋਂ ਕੋਈ ਪੁੱਛਦਾ? ਹੁਣ ਜਿਹੜਾ ਅਮੋਲੂਮੈਂਟ ਸੀਗੇ ਉਹ ਇੱਥੇ ਇਹੀ ਜ਼ੋਰ ਲਾਉਂਦੇ ਨੇ ਵੀ ਜੇ ਇਹਨਾਂ ਨੂੰ R&R ਨਹੀਂ ਮਿਲਿਆ ਤਾਂ ਇਹ ਜਾਣ। ਇਸ ਤਰ੍ਹਾਂ ਦਾ ਕੋਈ ਪ੍ਰੋਵੀਜ਼ਨ ਤਾਂ ਨਹੀਂ ਹੈਗੀ ਕਿ ਸੈਂਟਰਲ ਗਵਰਨਮੈਂਟ ਦੀ ਕਿ ਤੁਸੀਂ 25 ਲੱਖ ਤੋਂ ਜ਼ਿਆਦਾ ਨਹੀਂ ਦੇਣੀ ਜਾਂ 2.5 ਕਰੋੜ ਤੋਂ ਜ਼ਿਆਦਾ ਨਹੀਂ ਦੇਣੀ, ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਪਰ? ਸਰ ਐਕਟ ਹੈ, ਸੈਂਟਰਲ ਗਵਰਨਮੈਂਟ ਐਕਟ ਤੋਂ ਉੱਤੇ ਨਹੀਂ ਹੈ। ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ, ਜਿਹੜਾ ਐਕਟ ਪ੍ਰੈਜ਼ੀਡੈਂਟ ਦੀ ਸਟੈਂਪ ਲੱਗ ਕੇ ਐਕਟ ਬਣ ਗਿਆ ਨਾ, ਉਹ ਤੋਂ ਚੈਲੰਜ ਨਹੀਂ ਸਰ। ਸੈਂਟਰਲ ਗਵਰਨਮੈਂਟ ਦੀਆਂ ਗਾਈਡਲਾਈਨ NHA ਜੋ ਮਰਜ਼ੀ ਭੱਜੀ ਜਾਵੇ, ਜਿੰਨੀ ਦੇਰ ਤੱਕ ਇਹਦੇ ਤੇ ਕੋਈ ਇੰਟਰਪ੍ਰੀਟੇਸ਼ਨ ਨਹੀਂ ਆਉਂਦੀ, ਜਿੰਨੀ ਦੇਰ ਤੱਕ ਕੋਈ ਮੈਨੂੰ ਜਿਹੜੇ ਹੁਣ ਮੈਂ ਇਹ ਕੇਸ ਨੇ, ਕਿਉਂਕਿ ਪਹਿਲਾਂ ਲੰਬੇ ਸਿਰ ਤੋਂ ਚੱਲਦੇ ਸੀ, ਲੋਕਾਂ ਨੂੰ ਵਿਸ਼ਵਾਸ ਵੀ ਨਹੀਂ ਸੀ, ਜਦੋਂ ਹੁਣ ਡਿਟੇਲ ਦੇ ਵਿੱਚ ਉਹਨਾਂ ਨੇ ਵਕੇਸ਼ਨ ਦੀਆਂ ਐਪਲੀਕੇਸ਼ਨਾਂ ਲਾਈਆਂ, ਸਟੇ ਉਹ ਕਾਸਟਾਂ ਪਾ ਕੇ ਡਿਸਮਿਸ ਕਰਾਈਆਂ, ਉੱਥੇ ਇਹ ਯਕੀਨ ਹੋ ਗਿਆ ਵੀ ਕਿਉਂਕਿ ਇੱਕ ਐਕਟ ਨੂੰ ਇੰਟਰਪ੍ਰੀਟ ਹੋਣ ਵਾਸਤੇ ਟਾਈਮ ਲੱਗਦਾ ਹੈ। ਪਹਿਲਾ ਐਕਟ 1 ਸਦੀ ਬਾਅਦ ਚੇਂਜ ਹੋਇਆ ਜੀ, ਜਿਹੜਾ ਪੁਰਾਣਾ ਐਕਟ ਸੀ, ਉਹ ਐਕਟ ਨੂੰ ਇੰਟਰਪ੍ਰੀਟ ਹੋਣ ਨੂੰ ਟਾਈਮ ਲੱਗਦਾ। ਹੁਣ ਕੋਰਟ ਦੀਆਂ ਅਲੱਗ-ਅਲੱਗ ਜੱਜਮੈਂਟਸ ਆਉਣਗੀਆਂ, ਟਾਈਮ ਜ਼ਰੂਰ ਲੱਗਦਾ, ਪਰ ਜੇ ਜਿਵੇਂ ਐਜੀਟੇਟ ਕਰ ਰਹੇ ਨੇ ਫਾਰਮਰ, ਰਾਈਟ ਡਾਇਰੈਕਸ਼ਨ 'ਚ ਐਜੀਟੇਸ਼ਨ ਹੋਵੇ ਤਾਂ ਰਿਜ਼ਲਟ ਜਿਹੜਾ ਬੇਸ ਤੇ ਹੀ ਮਿਲਣਾ ਬਣਦਾ। ਕਿਉਂਕਿ ਤੁਸੀਂ ਵੀ ਚਾਹੁੰਦੇ ਹੋ, ਅਸੀਂ ਵੀ ਚਾਹੁੰਦੇ ਹਾਂ, ਤੇ ਹੋਰ ਲੋਕ ਵੀ ਇਹੀ ਚਾਹਣਗੇ ਕਿ ਜਿਹੜੀ ਪ੍ਰਾਪਰਟੀ ਹੈ, ਜਿਸ ਦੀ ਵੀ ਪ੍ਰਾਪਰਟੀ, ਚਾਹੇ ਵਾਹੀਯੋਗ ਹੈ, ਚਾਹੇ ਕਮਰਸ਼ੀਅਲ ਹੈ, ਚਾਹੇ ਜਿਸ ਦਾ ਕੋਈ ਰੁਜ਼ਗਾਰ ਹੈ, ਉਹਦਾ ਰਾਈਟ ਕੰਪਨਸੇਸ਼ਨ ਜਿਹੜਾ ਹੈ ਉਹ ਮਿਲਣਾ ਚਾਹੀਦਾ। ਬਹੁਤ ਜ਼ਰੂਰੀ ਹੈ। ਕੰਪਨਸੇਸ਼ਨ ਦੇਣ ਵਾਸਤੇ ਹੀ ਇਹ ਐਕਟ ਬਣਿਆ ਹੈ। ਕੰਪਨਸੇਸ਼ਨ ਇੱਕ ਕਿਉਂਕਿ ਸੁਰੇਸ਼ੀ 100% ਵੀ ਇਸ ਕਰਕੇ ਹੁੰਦਾ ਕਿਉਂਕਿ ਤੁਹਾਡੀ ਲੈਂਡ ਤੁਹਾਡੀ ਮਰਜ਼ੀ ਤੋਂ ਬਿਨਾਂ ਖੋਈ ਗਈ ਹੈ। ਹੁਣ ਰਾਈਟ ਟੂ ਪ੍ਰਾਪਰਟੀ ਪਹਿਲਾਂ ਫੰਡਾਮੈਂਟਲ ਰਾਈਟ ਸੀਗਾ, ਹੁਣ ਲੀਗਲ ਰਾਈਟ ਹੈ, ਫਿਰ ਵੀ ਇਨ ਦੀ ਕਨਸਟੀਟਿਊਸ਼ਨ। ਐਦਾਂ ਪ੍ਰਾਪਰਟੀ ਨੂੰ ਨਹੀਂ। ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹਨਾਂ ਦਿਨਾਂ ਦੇ ਦੌਰਾਨ ਹੁਣ ਕੋਈ ਕਬਜ਼ਾ ਲੈਣਾ ਸੀਗਾ, ਕੋਈ ਪੈਰੋਲ ਤੇ ਆਇਆ ਹੋਇਆ, ਉਹਦੇ ਲਈ ਵੀ ਕੋਈ ਨਵੀਂ ਜਜਮੈਂਟ ਸਾਹਮਣੇ? ਯੈਸ ਦੇਖੋ, ਉਹ ਪਹਿਲਾਂ 28/8/2021 ਦਾ ਆਰਡਰ ਸੀ, ਜਿਹਦੇ ਵਿੱਚ ਮਤਲਬ ਇਹ ਕਲੈਰੀਫਾਈ ਕਰਤਾ ਸੀ ਕੋਰਟ ਨੇ ਵੀ ਕੀਪਿੰਗ ਇਨ ਵਿਊ ਦੀ ਸੈਕੰਡ ਵੇਵ ਆਫ COVID-19 ਪੈਂਡੈਮਿਕ, ਜਿੰਨੇ ਕੋਈ ਕਿਸੇ ਦਾ ਕਬਜ਼ਾ ਲੈਣ ਦਾ ਆਰਡਰ ਹੋਇਆ ਉਹਦੀ ਐਗਜ਼ੀਕਿਊਸ਼ਨ ਚੱਲਦੀ ਪਈ ਹੈ, ਜਾਂ ਕਿਸੇ ਨੂੰ ਕਬਜ਼ੇ ਚੋਂ ਕੱਢਣ ਦਾ, ਪੰਚਾਇਤ, ਗ੍ਰਾਮ ਆਪਣੀ ਮਿਊਨਿਸਪਲ ਕਮੇਟੀ ਕੋਈ ਨਹੀਂ ਕੱਢ ਸਕਦਾ ਉਹਨੂੰ। ਇਹਨਾਂ ਦਿਨਾਂ ਚ ਹਾਲੇ ਰੋਕ ਲੱਗ ਗਈ ਸੀ। ਕਦੋਂ ਤੱਕ? ਪਹਿਲਾਂ 30/6 ਤੱਕ ਸੀ ਜੀ, ਅੱਜ ਕੱਲ ਉਹ ਜਿਹੜੀ ਹੈ ਉਹ ਵਧਾ ਕੇ 20/8 ਤੱਕ ਹੋ ਗਈ। ਉਹਦੇ ਵਿੱਚ ਵੀ ਤੁਸੀਂ ਇੰਟਰਵਿਊ? ਯੈਸ ਮੈਂ ਕਿਉਂਕਿ ਲਿਮਿਟੇਸ਼ਨ ਵਾਲਾ ਵੀ ਉਹ ਤੁਹਾਨੂੰ 2 ਲਾਈਨਾਂ 'ਚ ਦੱਸੂਗਾ, ਕਿਉਂਕਿ ਇਹ ਪਬਲਿਕ ਇੰਟਰਸਟ ਦੇ ਲਈ ਵਰਕ ਜਿਹੜਾ ਹੋ ਰਿਹਾ ਜੀ। ਇਹਦੇ ਵਿੱਚ ਹੋਰ ਵੀ ਹੈ, ਜੇ ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ ਆਕਸ਼ਨ ਕਰਨੀ ਹੈ, ਉਹ ਵੀ ਨਹੀਂ ਕਰ ਸਕਦਾ। ਬੈਂਕਿੰਗ ਵਾਲੇ ਕਈ ਵਾਰ ਉਹਦਾ ਲੋਨ ਖੜਾ ਕਿਸੇ ਦਾ ਨਹੀਂ ਦੇਣਾ, ਕਿਸੇ ਤੇ ਪਰਚਾ ਦਰਜ ਹੁੰਦਾ ਔਰ ਉਹਦੀ ਸਜ਼ਾ 7 ਸਾਲ ਦੀ ਹੈ, ਉਹਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਉਹਨੂੰ ਐਂਟੀਸਪੇਟਰੀ ਲਈ ਜਾਣ ਦੀ ਵੀ ਨਹੀਂ ਲੋੜ, ਉਹਨੂੰ ਸੈਕਸ਼ਨ 41 ਦਾ ਜਿਹੜਾ ਨੋਟਿਸ ਜਿਹੜਾ ਉਹ ਦੇ ਸਕਦਾ ਪੁਲਿਸ ਆਫੀਸਰ, ਅਰੈਸਟ ਨਹੀਂ ਕਰੂਗਾ ਉਹਨੂੰ।
ਔਰ ਇਸ ਤੋਂ ਬਿਨਾਂ ਜੇ ਕੋਈ ਪੈਰੋਲ ਤੇ ਆਇਆ ਹੈ ਉਹਦੀ ਪੈਰੋਲ ਆਟੋਮੈਟਿਕਲੀ ਐਕਸਟੈਂਡ ਹੋ ਗਈ। ਜੇ ਕਿਸੇ ਦੀ ਲਿਮਟਿਡ ਪੀਰੀਅਡ ਲਈ ਐਂਟੀਸਪੇਟਰੀ ਆ ਉਹ ਵੱਧ ਗਈ। ਮਤਲਬ ਬਹੁਤ ਖੁੱਲ ਕੇ ਇਹ ਚ ਰਿਲੀਫ ਜਰਨਲ ਪਬਲਿਕ ਨੂੰ, ਕਿਉਂਕਿ ਕੋਰਟਾਂ ਬੰਦ ਸੀਗੀਆਂ, ਇਹ ਦਿੱਤੀ ਗਈ ਹੈ। ਔਰ ਜਿੱਥੋਂ ਤੱਕ ਲਿਮੀਟੇਸ਼ਨ ਵਾਲਾ ਗੱਲ ਹੈ, ਮੈਂ ਵੀ ਗੱਲ, ਕਿਉਂਕਿ ਸੁਪਰੀਮ ਕੋਰਟ ਵੀ ਮੈਂ ਉਹ ਕਰ ਰਿਹਾ ਮੈਟਰ, ਉਹਦੇ ਵਿੱਚ 15/3/2020 ਤੋਂ ਲੈ ਕੇ ਮੈਂ ਕਨਕਲੂਡ ਕਰਦਾ, ਜੁਲਾਈ ਚ ਡੇਟ ਹੈ ਹੁਣ, ਜਿੰਨੀ ਵੀ ਕੋਈ ਮਿਆਦ ਸੀ ਕਿਸੇ ਵੀ ਸਟੈਚੂਟਰੀ ਪਰ, ਚਾਹੇ ਕੋਈ ਟ੍ਰਿਬਿਊਨਲ ਹੈ, ਚਾਹੇ ਕੋਰਟ ਹੈ, ਹਾਈ ਕੋਰਟ ਹੈ, ਸਾਰੀ ਲਿਮੀਟੇਸ਼ਨ ਸਮਾਪਤ ਹੈ। ਸਪੋਜ਼ 15/3/2020 ਨੂੰ ਬੰਦੇ ਕੋਲ 10 ਦਿਨ ਸੀ, ਉਹਨੇ ਕੇਸ ਦਾਇਰ ਕਰਨਾ ਰਹਿ ਗਿਆ ਉਹਦਾ, ਚਾਹੇ ਹੁਣ ਵੀ ਨਾ ਕਰੇ ਹਲੇ, ਜਦੋਂ ਤੱਕ ਸੁਪਰੀਮ ਕੋਰਟ ਅੱਗੇ, ਪਹਿਲਾਂ ਵੀ ਉਹਨਾਂ ਨੇ 90 ਦਿਨ ਦਿੱਤੇ ਸੀ, ਹੁਣ ਫੇਰ ਮੈਂ ਵੀ ਕੋਸ਼ਿਸ਼ ਕਰੂੰਗਾ ਵੀ ਜਦੋਂ ਬੰਦ ਵੀ ਹੋਵੇ ਨਾ, ਜਿੱਦਣ ਸਪੋਜ਼ ਐਂਡ ਹੋਣੀ, ਅਦਾਲਤਾਂ ਬੰਦ ਰਹੀਆਂ, ਕਿਵੇਂ ਕਿਸੇ ਨੇ ਅਪਲਾਈ ਕਰਨਾ, ਕਿਵੇਂ ਕਿਸੇ ਨੇ ਪਟੀਸ਼ਨ ਦਾਇਰ ਕਰਨੀ, ਕਿਵੇਂ ਕਿਸੇ ਨੇ ਕੇਸ ਦਾਇਰ ਕਰਨਾ, ਡੈਫੀਨੇਟਲੀ ਉਹਨੂੰ ਵਿਊ ਚ ਰੱਖਦੇ ਹੋਏ। ਚਲੋ ਬਹੁਤ ਧੰਨਵਾਦ ਚਰਨਪਾਲ ਸਿੰਘ ਬਾਗੜੀ ਸਾਹਿਬ। ਤੇ ਇਹ ਜਿਹੜੀ ਗੱਲ ਅਸੀਂ ਕੀਤੀ ਹੈ, ਇਹ ਮੇਨ ਸਾਡਾ ਜਿਹੜਾ ਪਰਪਸ ਸੀਗਾ, ਇਸ ਦਾ ਮਕਸਦ ਇਹੀ ਸੀਗਾ ਕਿ ਜਿਹਦੀ ਪ੍ਰਾਪਰਟੀ ਆ ਰਹੀ ਹੈ, ਹਾਈਵੇਜ਼ ਦੇ ਵਿੱਚ ਐਕਵਾਇਰ ਹੋ ਰਿਹਾ ਹੈ, ਉਸ ਨੂੰ ਜੇ ਕੋਈ ਦਿੱਕਤ ਆਉਂਦੀ ਹੈ, ਉਹਦੇ ਕੋਲ ਅਧਿਕਾਰ ਕੀ ਨੇ, ਉਹ ਕੰਪਨਸੇਸ਼ਨ ਕੈਲਕੂਲੇਟ ਕਿਵੇਂ ਹੋਣਾ ਹੈ, ਕਿੰਨੇ ਪੈਸੇ ਉਹਨੂੰ ਮਿਲਣੇ ਚਾਹੀਦੇ ਨੇ, ਉਹ ਕੀ ਰਿਟ ਪਟੀਸ਼ਨ ਦਾਇਰ ਕਰ ਸਕਦਾ ਹੈ, ਕੰਪੀਟੈਂਟ ਅਥਾਰਟੀ ਕੀ ਕਰ ਸਕਦੀ ਹੈ, ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਤੇ ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ, ਸਾਨੂੰ ਦਿਓ ਇਜਾਜ਼ਤ। ਧੰਨਵਾਦ।